ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿ ਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵਿਸਾਹ। ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵਿਸਾਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਹੈ। ਸਵੇਰ ਸਮੇਂ ਸਤ ਸੰਗਤ ਦਾ ਇਹ ਸਮਾਂ ਸਾਨੂੰ ਪ੍ਰਾਪਤ ਹੈ। ਅਜੇ ਹੁਣੇ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦਾ ਗੁਰਬਚਨ ਗੁਰਵਾਕ ਗਿਆਨੀ ਜੀ ਨੇ ਸਾਡੇ ਵਾਸਤੇ ਦੁਹਰਾਇਆ ਹੈ। ਇਹ ਰਚਨਾ ਰਾਗ ਸੋਰਠ ਦੀ ਹੈ। ਮਹਲਾ 9ਵਾਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਪਾਵਨ ਬਚਨਾਂ ਨੂੰ ਉਚਰਿਤ ਕਰ ਰਹੇ ਨੇ। ਇਹਨਾਂ ਨੇ ਸਾਨੂੰ ਇਹ ਬਚਨ ਨਵਾਜਿਆ ਹੈ। ਆਓ ਵਿਧੀਵਤ ਢੰਗ ਦੇ ਨਾਲ ਇਹਨਾਂ ਗੁਰਵਾਕਾਂ ਦੀ ਤਕਰੀਰ ਵਿਚਾਰ ਪ੍ਰਾਰੰਭ ਕਰੀਏ। ਖਾਕਸਾਰ ਦੀ ਫਤਿਹ ਪ੍ਰਵਾਨ ਕਰਨੀ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਦੇ ਖਾਸ ਕਰਕੇ ਸੋਠ ਰਾਗ ਦੇ ਨਾਲ ਸ਼ਬਦਾਂ ਦੀ ਬਣਤਰ ਆਲਮੋਸਟ ਇੱਕੋ ਜਿਹੀ ਹੈ। ਸਾਰੇ ਸ਼ਬਦਾਂ ਦੀ ਜੋ ਪਹਿਲਾ ਪਦ ਆਇਆ ਉਹ ਰਹਾਉ ਦਾ ਬੰਦ ਆਉਂਦਾ ਹੈ, ਜਿਹਦੇ 'ਚ ਮੁੱਖ ਸੁਨੇਹਾ ਹੈ। ਇਹਦੇ ਵਿੱਚ ਵੀ ਸਾਹਿਬ ਮੁੱਖ ਸੁਨੇਹਾ ਦੇ ਰਹੇ ਨੇ। ਪਹਿਲੀ ਦੋ ਸਤਰਾਂ ਦੇ ਵਿੱਚ ਬਚਨ ਹੈ, ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਰਹਾਉ। ਮਨ ਰੇ ਕੌਣ ਕੁਮਤ ਤੈ ਲੀਨੀ। ਅੱਜ ਜਿਸ ਸੰਸਾਰ ਵਿੱਚ ਰਹਿ ਰਹੇ ਹਾਂ ਅਸੀਂ, ਇੱਥੇ ਤਾਲੀਮ ਦਾ ਬੜਾ ਬੋਲਬਾਲਾ ਆ। ਇਟਸ ਐਜੂਕੇਟਡ ਸੋਸਾਇਟੀ, and due to some kind of educational and other researchers, ਜਿਸ ਲੈਵਲ 'ਤੇ ਬਾਤ ਆ ਰਹੀ ਹੈ, ਪਤਾ ਲੱਗ ਰਿਹਾ ਹੈ ਜਿਹੜਾ ਸਾਡਾ ਹਿਊਮਨ ਮਾਈਂਡ ਆ, ਇਹ ਰਿਸੈਪਟਰ ਆ। ਰਿਸੈਪਟਰ ਮੀਨ ਰਿਸੀਵ ਕਰਨ ਵਾਲਾ। ਇਸ ਨੂੰ ਬਿਆਨ ਕਰਦਿਆਂ ਹੋਇਆ ਅੱਜ ਦਾ ਮਾਡਰਨ ਲਿਟਰੇਚਰ ਇਹ ਕਹਿੰਦਾ ਹੈ, ਆਵਰ ਹਿਊਮਨ ਮਾਈਂਡ ਐਬਿਲਿਟੀਜ਼ ਲਾਈਕ ਏ ਸਪੰਜ। ਜਿਵੇਂ ਸਪੰਜ ਹੁੰਦੀ ਹੈ, ਸਪੰਜ ਨੂੰ ਤੁਸੀਂ ਜਿਹਦੇ ਕੋਲ ਰੱਖੋਗੇ, ਜੇ ਸਾਬਣ ਵਾਲਾ ਪਾਣੀ ਆ ਉਹਦੇ ਕੋਲ ਰੱਖੋਗੇ ਤਾਂ ਸਾਰਾ ਸੋਪ ਵਾਲੇ ਪਾਣੀ ਨਾਲ ਭਰ ਜਾਏਗਾ। ਜੇ ਉਸ ਨੂੰ ਕਿਸੇ ਹੋਰ ਟੈਬ ਵਾਲੇ ਪਾਣੀ ਕੋਲ ਰੱਖੋਗੇ ਉਹਦੇ ਨਾਲ ਭਰ ਜਾਏਗਾ। ਜੇਕਰ ਤੁਸੀਂ ਉਸ ਨੂੰ ਕਿਤੇ ਕੋਈ ਓਇਲੀ ਪਲੇਸ ਜਾਂ ਕੋਈ ਤੇਲ ਵਾਲੀ ਜਗ੍ਹਾ ਆ ਉਹਦੇ ਨੇੜੇ ਰੱਖੋਗੇ ਤਾਂ ਉਹਦੇ ਨਾਲ ਭਰ ਜਾਏਗਾ, ਕਿਉਂਕਿ ਉਹ ਸਭ ਚੀਜ਼ ਨੂੰ ਆਪਣੇ ਅੰਦਰ ਜਜ਼ਬ ਕਰਦਾ ਆ। ਜਿਹੜੀ ਸਾਡੀ ਹਿਊਮਨ ਮਾਈਂਡ ਦੀ ਇਹ ਸਾਰੀ ਅਵਸਥਾ ਆ, ਇਟਸ ਲਾਈਕ ਏ ਸਪੰਜ। ਇਸ ਸਾਰੇ ਦੇ ਬਾਬਤ ਜਦੋਂ ਅਸੀਂ ਅਹਿਸਾਸ ਕਰੀਏ ਤਾਂ ਪਤਾ ਲੱਗਦਾ ਆ, ਗੁਰੂ ਬਾਬਾ ਜੀ ਸਾਨੂੰ ਅਹਿਸਾਸ ਕਰਾਉਂਦੇ। ਦੇਖੋ, ਸੈਂਕੜੇ ਵਰੇ ਪਹਿਲਾਂ ਬਾਣੀ ਲਿਖੀ ਗਈ ਹੈ। ਮਨ ਰੇ, ਮਨ ਨੂੰ ਸਿੱਧਾ ਐਡਰੈਸ ਕੀਤਾ ਗਿਆ। ਦੱਸਿਆ ਜਿਹੜੀਆਂ ਚੋਇਸਿਸ ਨੇ ਉਹ ਕੁਮਤ ਤੇ ਸੁਮਤ
भाव चंगेरे ख्याल या माड़े ख्याल, बद ख्याल या भले ख्याल, ये मना तू दोनों लै सकदा है, ये तेरे ते है। ਇਹਦੇ 'ਚ ਇਹ ਵੀ ਬਾਤ ਕਹਿ ਦਈਏ, ਹੁਣ ਤੇ ਇਹਦੇ ਬਾਬਤ ਬੜੀ ਡਿਬੇਟ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ, ਖਾਸ ਕਰਕੇ ਕਿ ਡੂ ਵੀ ਹੈਵ ਫ੍ਰੀ ਵਿਲ ਔਰ ਐਵਰੀਥਿੰਗ ਇਜ਼ ਪ੍ਰੀ ਡਿਟਰਮੈਂਡ, ਕਿ ਜਿਹੜੀ ਸਾਡੀ ਹੋਣੀ ਹੈ ਇਹ ਸਾਡੇ ਹੱਥ 'ਚ ਹੈ, ਕਿ ਆਲਰੇਡੀ ਇਹ ਕਿਸੇ ਨੇ ਡਿਸਾਈਡ ਕਰ ਦਿੱਤੀ ਹੈ, ਸਾਨੂੰ ਉਹਦੇ ਬਸ ਉਸ ਨੂੰ ਅਵੇਲ ਹੀ ਕਰਨਾ ਹੈ। ਹਾਲਾਂਕਿ ਬੜੀ ਲੰਮੀ ਚੌੜੀ ਬਾਤ ਹੈ ਜੇ ਬਹਿਸ 'ਚ ਪੈ ਜਾਈਏ ਉਸ ਤਰੀਕੇ ਦੇ ਨਾਲ, ਪਰ ਜਿਵੇਂ ਆਹ ਸ਼ਬਦ ਸਾਡੇ ਸਾਹਮਣੇ ਆ ਰਿਹਾ ਹੈ, ਗੁਰੂ ਬਾਬਾ ਜੀ ਸਾਡੇ 'ਤੇ ਰਿਸਪੋਂਸੀਬਿਲਿਟੀ ਦਿੰਦੇ ਨੇ ਐਜ਼ ਏ ਹਿਊਮਨ, ਐਜ਼ ਏ ਜਿਹਨੂੰ ਅਸੀਂ ਕੀ ਮਨੁੱਖ ਮਾਤਰ ਦੇ ਰੂਪ ਦੇ ਵਿੱਚ ਮਨ ਦੀ ਦੁਨੀਆ 'ਤੇ ਤਰਜੀਹ ਦੇ, ਧਿਆਨ ਦੇ, ਮਨ ਦੀ ਦੁਨੀਆ ਕਿਸ ਪਾਸਿਓਂ ਪ੍ਰਭਾਵਿਤ ਹੋ ਰਹੀ ਹੈ ਇਹਨੂੰ ਹੋਰ ਲੈਵਲ 'ਤੇ ਦੇਖੋ, ਕਿਉਂਕਿ ਇਹ ਜਿਹੜਾ ਗੁਰੂ ਸਾਹਿਬ ਦਾ ਸਾਰਾ ਆਵਰਣ ਆ, ਸਾਰਾ ਬਚਨ ਆ, ਇਹ ਮਿਊਜ਼ੀਕਲ ਵੀ ਹੈ, ਸੰਗੀਤ ਹੈ ਸਾਰਾ ਇਹਦੇ ਵਿੱਚ, ਇਹਦੇ 'ਚ ਵਰਾਇਟੀ ਵੀ ਹੈ। ਮਤਲਬ ਐਡਾ ਵੱਡਾ ਖਜ਼ਾਨਾ ਗ੍ਰੰਥ ਸਾਹਿਬ ਵਰਗਾ, ਜਿਹਦੇ 'ਚ ਹਜ਼ਾਰਾਂ ਹਜ਼ਾਰਾਂ ਸ਼ਬਦ ਨੇ, ਜਿਹਦੇ 'ਚ ਹਜ਼ਾਰਾਂ ਹਜ਼ਾਰਾਂ ਮੈਟਾਫੋਰਸ, ਮਸਾਲਾ, ਰੂਪਕ, ਕਿੰਨਾ ਕੁਝ ਮਹਾਰਾਜ ਨੇ ਬਿਆਨ ਕੀਤਾ ਆ। ਅੱਜ ਇਹ ਪਤਾ ਲੱਗ ਰਿਹਾ ਹੈ, ਈਵਨ ਅੱਜ ਦੀ ਬਾਤ ਹੀ ਕਿਉਂ ਕਰੀਏ, ਜੇ ਅਸੀਂ ਥੋੜ੍ਹੇ ਪੁਰਾਣੇ ਸਕਾਲਰ ਨੂੰ ਲੈ ਲਈਏ, ਡੇਲ ਕਾਰਨੇਗੀ, ਅੱਜ ਮਤਲਬ ਥੋੜ੍ਹਾ ਸਮਾਂ ਹੋ ਗਿਆ ਉਹਨੂੰ ਹੋਏ ਨੂੰ, ਪਰ ਅੱਜ ਵੀ ਕਮਿਊਨੀਕੇਸ਼ਨ ਵਾਸਤੇ ਜਿਹੜਾ ਬੈਸਟ ਕਮਿਊਨੀਕੇਸ਼ਨ ਦੀ ਸਕਿੱਲ ਸਿੱਖਣ ਵਾਸਤੇ ਲੋਕ ਉਹਨੂੰ ਪੜ੍ਹਦੇ ਨੇ, ਪ੍ਰੈਜੈਂਟੇਸ਼ਨ ਲਈ ਅੰਗਰੇਜ਼ੀ ਲੈਂਗੁਏਜ 'ਚ ਖਾਸ ਤੌਰ 'ਤੇ। ਅਤੇ ਉਹ ਇਹ ਬਾਤ ਵਾਰ-ਵਾਰ ਬਿਆਨ ਕਰਦਾ ਆ ਕਿ ਜਿਵੇਂ ਬੀਜ ਆ, ਬੀਜ 'ਚ ਬੜੀ ਤਾਬ ਹੈ, ਯੂ ਹੈਵ ਵਨ ਆਫ ਦਾ ਫਾਈਨੈਸਟ ਐਂਡ ਬੈਸਟ ਸੀਡ ਆਫ ਦਾ ਵਰਲਡ, ਸਭ ਤੋਂ ਵਧੀਆ ਬੀਜ ਤੁਹਾਡੇ ਕੋਲ ਹੈ, ਦੁਨੀਆ ਦਾ ਫਾਈਨ ਸੀਡ ਤੁਸੀਂ ਲੈ ਕੇ ਬੈਠੇ ਹੋ। ਬੜਾ ਜਿਹੜਾ ਸੀਡ ਆ, ਜਿਵੇਂ ਉਲਾਮਾ ਨੇ ਕਿਹਾ ਸੀ ਨਾ, ਵੀ ਲਤਾਫਤ ਬੇਕਸਾਫਤ ਜਲਵਾ ਪੈਦਾ ਕਰ ਨਹੀਂ ਸਕਦੀ। ਜੇ ਜਲਵਾ ਦੇਖਣਾ ਆ ਤੇ ਕੱਲੀ ਲਤਾਫਤ ਤੇ ਜਲਵਾ ਨਾ ਪੈਦਾ ਕਰ ਸਕਦੇ, ਲਤਾਫਤ ਲਤੀਫ ਹੋਣਾ, ਮੱਤ ਆ ਜਾਣੀ। ਮੱਤ ਜਿਹੜੀ ਹੈ ਐਕਚੁਅਲ ਲੈਵਲ 'ਤੇ ਜਿਹੜਾ ਲਤਾਫਤ ਆ, ਬੇਕਸਾਫਤ, ਕਸਾਫਤ ਕਹਿੰਦੇ ਨੇ ਸਥੂਲ ਨੂੰ, ਮੱਤ ਸੂਖਮ ਚੀਜ਼ ਹੈ, ਸਥੂਲ ਜਿਹੜਾ ਆ ਉਹਦੇ 'ਚ ਜਿੰਨੀ ਦੇਰ ਤੱਕ ਉਹ ਕਨਵਰਟ ਨਹੀਂ ਹੋਏਗੀ ਉਨੀ ਦੇਰ ਤੱਕ ਉਹ ਜਲਵਾ ਨਹੀਂ ਪੈਦਾ ਕਰੇਗੀ। ਜੇ ਜਲਵਾ ਪੈਦਾ ਕਰਨਾ, ਬੀਜ ਨੇ ਤੇ ਫਲ ਨਹੀਂ ਨਾ ਦੇਣੇ, ਬੀਜ ਨੂੰ ਤੇ ਪੱਤ ਨਹੀਂ ਲੱਗ ਜਾਣੇ, ਬੀਜ ਨੂੰ ਤੇ ਟਾਹਣੀਆਂ ਨਹੀਂ ਉੱਗ ਜਾਣੀਆਂ, ਬੀਜ ਨੂੰ ਤੇ ਫੁੱਲ ਨਹੀਂ ਲੱਗਣੇ, ਹਾਂ ਬਿਰਖ ਨੂੰ ਲੱਗਣਗੇ, ਪਰ ਉਹ ਬਿਰਖ ਬਣੇਗਾ ਕਦੋਂ? ਜਦੋਂ ਬੀਜ ਜ਼ਮੀਨ ਦੇ ਆਗੋਸ਼ 'ਚ ਜਾਏਗਾ। ਜੇ ਜ਼ਮੀਨ ਦੇ ਆਗੋਸ਼ 'ਚ ਨਹੀਂ ਜਾਏਗਾ, ਉਹ ਬੀਜ ਜਿੰਨਾ ਮਰਜ਼ੀ ਫਾਈਨ ਹੋਏ, ਵਧੀਆ ਹੋਏ, ਉਮਦਾ ਹੋਏ, ਉਹ ਜਲਵਾ ਨਹੀਂ ਪੈਦਾ ਕਰੇਗਾ, ਉਹ ਰੰਗ ਨਹੀਂ ਪੈਦਾ ਕਰੇਗਾ। ਇਹਦੇ ਉੱਤੇ ਫਿਰ ਡੇਲ ਕਾਰਨੇਗੀ ਕਹਿੰਦਾ ਹੈ, ਕਹਿੰਦਾ ਨੋ ਡਾਊਟ ਸਮ ਟਾਈਮ ਯੂ ਹੈਵ one of the finest seed of the world, but at the same time if your soil, ਮਿੱਟੀ is not receiving it, ਜੇ ਉਹਦੀ ਜਿਹੜੀ ਮਿੱਟੀ ਹੈ ਉਹਨੂੰ ਰਿਸੀਵ ਹੀ ਨਹੀਂ ਕਰ ਰਹੀ, ਉਹਨੂੰ, ਹੁਣ ਤੁਸੀਂ ਦੇਖਿਆ ਹੋਏਗਾ ਕਰਸਾਨੀ ਦੇ ਵਿੱਚ, ਤੇ ਗੁਰੂ ਸਾਹਿਬ ਦੀਆਂ ਬਾਣੀ 'ਚ ਮਿਸਾਲਾਂ ਬਹੁਤ ਨੇ ਕਰਸਾਨੀ ਬਾਰੇ। ਕਰਸਾਨੀ ਦੇ ਵਿੱਚ ਇਹ ਹੁੰਦਾ ਹੈ ਕਿ ਪਹਿਲਾਂ ਜਿਹੜਾ ਹੈਗਾ ਖੇਤ ਵਾਹਿਆ ਜਾਂਦਾ ਹੈ, ਬਹੁਤ ਖੇਤ ਵਾਹ ਕੇ ਤਿਆਰ ਕੀਤਾ ਜਾਂਦਾ। ਜਦੋਂ ਬਿਲਕੁਲ ਵਾਹ ਕੇ ਐਨ ਵਧੀਆ ਤਰ੍ਹਾਂ ਤਿਆਰ ਹੋ ਜਾਏ, ਉਸ ਤੋਂ ਬਾਅਦ ਕਿਸਾਨ ਅੰਦਾਜ਼ਾ ਲਾਉਂਦਾ ਹੈ ਕਿ ਹੁਣ ਇਹਦੀ ਮਿੱਟੀ ਦੇ ਵਿੱਚ ਬੀਜ ਪ੍ਰੋਪਰ ਜਗ੍ਹਾ 'ਤੇ ਚਲਾ ਜਾਏਗਾ, ਹੁਣ ਉੱਗ ਜਾਏਗਾ, ਇਹਦੇ 'ਚ ਸਿੱਲ ਵੀ ਬਰਾਬਰ ਹੈ, ਇਹਦੀ ਮਿੱਟੀ ਵੀ ਪੁਰਪਰੀ ਹੋ ਗਈ ਹੈ, ਅਤੇ ਇਹ ਉਸ ਜਗ੍ਹਾ 'ਤੇ ਹੈ ਜਿੱਥੇ ਜਾ ਕੇ ਇਹ ਮਤਲਬ ਜਿੱਥੇ ਪਹੁੰਚਣਾ ਚਾਹੀਦਾ ਪਹੁੰਚ ਜਾਏਗਾ। ਜੇ ਉਹ ਮਿੱਟੀ ਤਿਆਰ ਨਾ ਹੋਏ, ਮਿੱਟੀ ਨੂੰ ਤੁਸੀਂ ਤਿਆਰ ਨਾ ਕਰੋ, ਵਾਹੋ ਨਾ ਬਣਾਓ ਨਾ, ਜਿਹਨੂੰ ਕਲਟੀਵੇਸ਼ਨ ਕਰਨੀ ਕਹਿੰਦੇ ਹਾਂ ਅਸੀਂ, ਐਕਚੁਅਲ ਲੈਵਲ 'ਤੇ ਜਿਹੜੀ ਬਾਤ ਮੌਲਿਕ ਰੂਪ 'ਚ ਇਹਦੇ 'ਚ ਆ ਰਹੀ ਹੈ, ਮੈਂ ਮੈਟਾਫੋਰ ਜਿਹੜਾ ਬਿਆਨ ਕਰ ਰਿਹਾ ਵਾਂ, ਮਨ ਤੱਕ ਗੱਲ ਹੋਰ ਕੋਈ ਤਰੀਕਾ ਨਹੀਂ ਪਹੁੰਚਾਉਣ ਦਾ, ਕੋਈ ਰਸ ਪਹੁੰਚਾਏਗਾ, ਕੋਈ ਜ਼ਰੀਆ ਐਸਾ। ਇਸ ਕਰਕੇ ਲੋਕਾਂ ਨੇ ਬਿਆਨ ਕੀਤਾ
ਕੰਨ ਰਸ ਇੱਕ ਦਿਨ ਮਨ ਰਸ ਬਣੇਗਾ। ਜਿਹੜੀ ਚੀਜ਼ ਅੱਜ ਕੰਨ ਨੂੰ ਹੀ ਚੰਗੀ ਨਹੀਂ ਲੱਗਦੀ, ਮਨ ਨੂੰ ਕਦੀ ਚੰਗੀ ਨਹੀਂ ਲੱਗੇਗੀ। ਬੜੇ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਐਡਾ ਖਜ਼ਾਨਾ ਆ। ਗੁਰੂ ਸਾਹਿਬ ਨੇ ਰਾਗ ਪਾਏ ਇਹਦੇ ਵਿੱਚ ਵੱਖਰੇ ਵੱਖਰੇ ਰਾਗਾਂ ਦੇ ਗੁਲਦਸਤੇ ਪਾਏ। ਗੌੜੀ ਕੱਲੀ ਦੇਖੋ ਕਿੰਨੇ ਤਰ੍ਹਾਂ ਦੀ ਗਾਈ ਗਈ, ਕਿੰਨੇ ਤਰ੍ਹਾਂ ਦੀਆਂ ਪੜਤਾਲਾਂ, ਘਰ, ਥਾਪਾਂ ਦੀ ਗੱਲ ਕੀਤੀ ਗਈ। ਫਿਰ ਇਕੱਲਾ ਇਹ ਨਹੀਂ, ਉਹਦੇ 'ਚ ਕਿਤਨੀ ਵੈਰਾਈਟੀ ਪਾਈ ਗਈ, ਕਿਸ ਰੂਪ ਦੇ ਵਿੱਚ, ਕਿਉਂਕਿ ਕਿਸੇ ਤਰੀਕੇ ਦੇ ਨਾਲ ਉਸ ਮਨ ਦੀ ਜ਼ਮੀਨ ਨੂੰ ਤਿਆਰ ਕੀਤਾ ਜਾਏ ਤਾਂ ਕਿ ਉਹ ਉਮਦਾ, ਮਤ ਵਾਲਾ, ਲਤਾਫਤ ਵਾਲਾ ਬੀਜ ਆਪਣੇ 'ਚ ਕਨਸੀਵ ਕਰ ਲੈ ਲਵੇ। ਸੋ ਇਹ ਰੂਪ ਆ। ਜੇ ਸਪੋਜ਼ ਅੱਜ ਦੀ ਦੁਨੀਆ ਹੀ ਹੈ, ਮੈਂ ਘਰਾਂ ਥਾਵਾਂ 'ਤੇ ਹਮੇਸ਼ਾ ਕਹਿਣਾ ਆ, ਮਾਂ ਬਾਪ ਨੂੰ ਮੈਂ ਵਿੱਚ ਸ਼ਾਮਲ ਹਾਂ, ਘਰਾਂ ਦਾ ਮਾਹੌਲ ਐਸਾ ਬਣਾਓ ਗੁਰਮਤ ਮਿੱਠੀ ਲੱਗੇ ਬੱਚੇ ਨੂੰ। ਘਰਾਂ ਦਾ ਮਾਹੌਲ ਐਸਾ ਬਣਾਓ ਤੁਹਾਡੀ ਕੰਪਨੀ ਚੰਗੀ ਲੱਗੇ ਬੱਚੇ ਨੂੰ। ਸਾਡੇ ਕੋਲ ਤਾਂ ਸਟੱਡੀਜ਼ ਆ ਗਈਆਂ ਨੇ, ਮਾਂ ਬਾਪ ਕਿਸੇ ਖਾਸ ਆਈਡੀਓਲੋਜੀ ਦੇ ਧਾਰਨੀ ਨੇ, ਕਿਸੇ ਖਾਸ ਵਿਚਾਰਧਾਰਾ ਨੂੰ ਮੰਨਦੇ ਨੇ, ਅਤੇ ਬੱਚੇ ਨੂੰ ਵਿਚਾਰਧਾਰਾ ਧੱਕੇ ਨਾਲ ਸਿਖਾਉਣ ਦੀ ਲੋੜ ਨਹੀਂ ਹੈ। ਸਿਰਫ ਇੰਨਾ ਆ, ਉਸ ਵਿਚਾਰਧਾਰਾ ਨੂੰ ਪਾਲਣ ਵਾਲੇ ਮਾਂ ਬਾਪ ਜਿਹੜੇ ਨੇ ਉਸ ਬੱਚੇ ਨੂੰ ਚੰਗੇ ਲੱਗਣੇ ਸ਼ੁਰੂ ਹੋ ਜਾਣ। ਦੈਟਸ ਐਨਫ। ਉਹਨੂੰ ਮਿੱਠੇ ਲੱਗਣੋ। ਉਹ ਬਾਤ ਕਰੇ ਕਿ ਆਈ ਐਮ ਵੈਰੀ ਗਲੈਡ, ਆਈ ਐਮ ਵੈਰੀ ਲੱਕੀ ਦੈਟ ਆਈ ਹੈਵ ਦੀਸ ਕਾਈਂਡ ਆਫ ਪੇਰੈਂਟਸ। ਉਹ ਇਕੱਲੇ ਫਿਰ ਪੇਰੈਂਟਸ ਨਹੀਂ, ਇੱਕ ਪੈਕੇਜ ਆ ਪੂਰਾ। ਉਹ ਪੈਕੇਜ ਦੇ ਵਿੱਚ ਉਹ ਸਿੱਖੀ ਵੀ ਹੈ, ਉਹ ਵਰਚੂਜ਼ ਵੀ ਨੇ, ਉਹ ਕੁਆਲਿਟੀ ਵੀ, ਉਹ ਸਾਰਾ ਕੁਛ ਆ। ਹੋਏਗਾ ਕਿ ਇੱਕ ਦਿਨ ਬੱਚਾ ਪਹੁੰਚ ਜਾਏਗਾ ਉੱਥੇ। ਯਾ ਦੈਟ ਇਜ਼ ਐਕਚੁਅਲੀ ਇਹ ਐਵੇਂ ਦੇ ਬਣਨਾ ਆ, ਐਵੇਂ ਦਾ ਮੈਂ ਹੋ ਜਾਣਾ ਆ। ਮਾਫੀ ਮੰਗਾਂਗਾ ਬਾਈ ਚਾਂਸ ਬਾਤ ਆਈ, ਮੈਂ ਬਾਤ ਕਰ ਦੇਵਾਂ ਫਿਰ, ਕਿਉਂਕਿ ਇਹ ਜਿਹੜਾ ਸ਼ਬਦ ਆਇਆ ਇਹ ਬਹੁਤ ਬੜਾ ਭਾਵਪੂਰਤ ਸ਼ਬਦ ਹੈ, ਬੜੀ ਸਿਗਨੀਫਿਕੇਸ਼ਨ ਹੈ ਇਹਦੀ। ਅੱਜ ਦੇ ਦੌਰ 'ਚ ਤੇ ਬਹੁਤ ਜ਼ਿਆਦਾ ਸਿਗਨੀਫਿਕੇਸ਼ਨ ਹੈ। ਅੱਜ ਤੇ ਸਾਡੀ ਹਾਲਤ ਇਹ ਹੈ, ਸਾਡੀ 80% ਟਾਕ ਜਿਹੜੀ ਹੈਗੀ ਹੈ ਦੈਟ ਇਜ਼ ਬੈਡ ਟਾਕ ਨਿੰਦਿਆ। ਵੀ ਜਸਟ ਕ੍ਰਿਟੀਸਾਈਜ਼, ਵੀ ਜਸਟ ਐਕਚੁਅਲੀ ਡੂ ਸਮ ਕਾਈਂਡ ਆਫ, ਜਿਹਨੂੰ ਕਹਿ ਲਓ ਕਿ ਲਗਾਤਾਰਤਾ ਦੇ ਨਾਲ। ਅਤੇ ਇਹ ਚਾਰ ਚੁਫੇਰੇ ਹੈ, ਅਤੇ ਜਿੰਨੀ ਜ਼ਿਆਦਾ ਇਹਦੀ ਚਰਚਾ ਹੋਏਗੀ, ਜ਼ਿਕਰ ਹੋਏਗਾ, ਓਨਾ ਇਹ ਵਧੇਗਾ। ਇਹ ਵੀ ਇੱਕ ਅਲਾਮਤ ਹੈ, ਕਿਉਂਕਿ ਸਿਮਰਨ ਇਹਦਾ ਹੋ ਰਿਹਾ ਚਾਰ ਚੁਫੇਰੇ। ਹੁਣ ਜਿਹੜੀ ਬਾਤ ਮੈਂ ਕਹਿਣ ਲੱਗਾ ਸੀ ਮੌਲਿਕ ਬਾਤ ਰੂਪ ਵਿੱਚ, ਕਿ ਮੈਂ ਸਾਡੇ ਜੀ ਇੱਥੇ ਟੋਰਾਂਟੋ ਜਾਂ ਇਹਦੇ ਆਲੇ ਦੁਆਲੇ ਗਿਰਦੇ ਰਵਾਂ 'ਚ ਉਹੋ ਜਿਹੀ ਹਾਲਤ ਸਾਨੂੰ ਨਹੀਂ ਦਿਸੀ। ਦਿਸ ਹੋ ਸਕਦਾ ਦਿਸ 'ਚ ਆਏ ਆਉਂਦੇ ਸਾਲਾਂ ਦੇ ਵਿੱਚ, ਹੀ ਨੈਵਰ ਨੋ। ਮੈਂ UK 'ਚ ਇਹ ਚੀਜ਼ ਦੇਖੀ, ਬੱਚੀਆਂ 40-40 ਸਾਲ ਦੀਆਂ ਹੋ ਗਈਆਂ ਸਾਡੇ ਘਰਾਂ ਦੇ ਵਿੱਚ, ਦੇ ਡੋਂਟ ਵਾਂਟ ਟੂ ਗੈਟ ਮੈਰਿਡ, ਵਿਆਹ ਨਹੀਂ ਕਰਾ ਰਹੀਆਂ। ਵੱਡੇ ਲੈਵਲ 'ਤੇ ਦੇਖਿਆ ਮੈਂ ਇਹੋ ਜਿਹੀ ਹਾਲਾਤ, ਜਾਂ ਹੋ ਗਏ ਨਹੀਂ ਨਿਭੀ, ਘਰ ਆ ਗਏ, ਸਿੰਗਲ ਰਹਿ ਰਹੀਆਂ ਨੇ ਇਸ ਤਰੀਕੇ ਦੇ ਨਾਲ। ਇਹੋ ਜਿਹੇ ਹਾਲਾਤ ਬਣੇ। ਜਦੋਂ ਡੀਪ ਲੈਵਲ 'ਤੇ ਦੇਖਾਂਗੇ ਕਿ ਵੇਅਰ ਇਜ਼ ਐਕਚੁਅਲੀ ਇਹ ਡੀਫਾਲਟ ਹੋ ਰਿਹਾ ਹੈ ਜਾਂ ਬਾਈ ਫਾਲਟ ਹੋ ਰਿਹਾ ਹੈ, ਜਾਂ ਸਮਹਾਓ ਵੇਅਰ ਇਜ਼ ਦਾ ਐਕਚੁਅਲੀ ਇਸ਼ੂ ਇਫ ਵੀ ਟਰਾਈ ਟੂ ਫਿਗਰ ਇਟ ਆਊਟ। ਪਤਾ ਲੱਗਦਾ ਕਿ ਜਦੋਂ ਉਹ ਆਪਣੇ ਆਪ ਨੂੰ ਜਿਹਨੂੰ ਕਿਹਾ ਜਾਏ ਵੀ ਰੈਜ਼ਿਗਨੇਟ ਕਰਨਾ, ਜਦੋਂ ਇਸ ਤਰੀਕੇ ਨਾਲ ਕਰਦੀਆਂ ਉਹ, ਅਤੇ ਕਰਦੀਆਂ ਕਿਹਦੇ ਨਾਲ, ਓਕੇ ਮੈਂ ਆਪਣੀ ਮਾਂ ਵੱਲ ਦੇਖਦੀ ਹਾਂ, ਮਾਂ ਦਾ ਜੀਵਨ ਕਿਵੇਂ ਰਿਹਾ ਸੀਗਾ। ਓ ਮਾਈ ਗॉश, ਸ਼ੀ ਸਫਰਡ ਏ ਲॉट। ਨੋ, ਆਈ ਐਮ ਨੋਟ ਰੈਡੀ ਫॉर दैट ਸਫਰਿੰਗ। ਬਾਹਰੋਂ ਨਹੀਂ ਆ ਰਿਹਾ ਕਿਤੋਂ ਵੀ, ਨੋ 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 ਨੋ, दैट इज कमिंग फ्रॉम द राइट प्लेस। ਉਸੀ ਜਗ੍ਹਾ ਤੋਂ ਆਪਣੇ ਆਪ ਨੂੰ ਜਿਹੜਾ ਹੈਗਾ ਕੀਤਾ, ਕੋਰਲੇਟ ਕੀਤਾ ਆਪਣੇ ਭਰਾ ਦੇ ਨਾਲ। ਓ ਮਾਈ ਗॉश, ਜੇ ਐਵੇਂ ਦਾ ਕੋਈ ਬੰਦਾ ਮੈਨੂੰ ਮਿਲ ਜਾਏ ਜਿਵੇਂ ਦਾ ਮੇਰਾ ਭਰਾ ਆ, ਆਈ ਕੈਨ ਨੋਟ ਟੋਲਰੇਟ ਇਟ ਐਟ ਆਲ। ਕਮਾਲ ਹੈ, ਇੰਨਾ ਬੇਅਕਲਾ, ਇੰਨਾ ਜਾਹਲ, ਇੰਨਾ ਮੂੜ। ਹੁਣ ਇਹ ਜਿਹੜੀਆਂ ਚੀਜ਼ਾਂ ਨੇ, ਤੇ ਇਸੇ ਕਰਕੇ ਬੇਨਤੀ ਕਰ ਰਿਹਾ ਮੈਂ ਕਿ ਜਿਹੜਾ ਮਨ ਆ ਉਹ ਸਪੰਜ ਦੀ ਤਰ੍ਹਾਂ ਆ। ਜੇ ਤੁਸੀਂ ਮਾਹੌਲ ਬਿਲਡ ਨਹੀਂ ਕਰੋਗੇ, ਤੁਸੀਂ ਕਹੋ ਕਿ ਨਹੀਂ ਐਕਚੁਅਲੀ ਨਾ, ਇੱਕ ਹੋਰ ਐਗਜ਼ਾਮਪਲ ਦੇ ਦੇਣਾ ਨਾਲ ਇਹਦੇ, ਬਾਤ ਸ਼ਾਇਦ ਪਕੜ ਚਾਵੇ ਉਸ ਰੂਪ ਦੇ ਅੰਦਰ। ਜਿਹੜੀ ਬੱਚੇ ਦੀ ਖਾਸ ਕਰਕੇ ਸਾਈਕੀ ਹੁੰਦੀ ਹੈ,
ਇਹ ਹੁੰਦੀ ਹੈ ਬਿਲਕੁਲ ਬਟਰ ਦੀ ਟਿੱਕੀ ਦੀ ਤਰ੍ਹਾਂ। ਹੁਣ ਜਿਹੜੀ ਬਟਰ ਦੀ ਟਿੱਕੀ ਹੈ, ਤੁਸੀਂ ਉਸ ਨੂੰ ਫਰਿੱਜ 'ਚ ਰੱਖੋ, ਉਹ ਬੜੀ ਵਧੀਆ ਰਹੇਗੀ, ਠੀਕ ਰਹੇਗੀ। ਤੁਸੀਂ ਉੱਥੋਂ ਕੱਢ ਕੇ ਉਹਨੂੰ ਓਵਨ 'ਚ ਰੱਖ ਦਿਓ, ਹੋਏਗਾ ਕਿ ਧਮਾਕਾ, ਅੱਗ ਲੱਗ ਜਾਏਗੀ, ਬਵਾਲ ਫੈਲ ਜਾਏਗਾ। ਐਕਚੁਅਲ ਲੈਵਲ ਤੇ ਜਿਹੜਾ এনवायरमेंट ਆ ਉਹ ਬਣਾਇਆ ਓਵਨ ਵਰਗਾ। ਉਹਨੂੰ ਟਿੱਕੀ ਨੂੰ ਕਹਿੰਦੇ ਆ ਤੂੰ ਐਵੇਂ ਜੰਮ ਕੇ ਰੋ ਜਿਵੇਂ ਫਰੀਜ਼ਰ 'ਚ ਪਈ ਹੋਏ। ਕਿਵੇਂ ਹੋ ਸਕਦਾ? ਐਕਚੁਅਲੀ ਜੇ ਉਹ ਪਿਘਲ ਰਹੀ ਹੈ, ਜੇ ਉਹ ਬਰਸਟ ਹੋ ਰਹੀ ਹੈ, ਦੈਟ ਮੀਨ ਸਰਾਊਂਡਿੰਗ। ਕਿਤੇ ਐਸਾ ਤੇ ਨਹੀਂ ਫਰਿੱਜ ਦੇ ਰੱਖਣ ਦੇ ਭੁਲੇਖੇ ਨੂੰ ਓਵਨ 'ਚ ਰੱਖ ਦਿੱਤਾ ਇਸ ਤਰੀਕੇ ਦੇ ਨਾਲ। ਜੋ ਇਹ ਰਿਸਪੌਂਸਿਬਿਲਿਟੀ ਹੈ, ਇਹ ਪ੍ਰਾਇਮਰੀ ਸਟੇਜ ਤੇ ਹੈ। ਇਹ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਇਹਨੇ ਤੇ ਬੜੇ ਸਾਫ਼ ਗੋਈ ਨਾਲ ਚੀਜ਼ਾਂ ਬਿਆਨ ਕੀਤੀਆਂ। ਜੇ ਅਸੀਂ ਪੁਰਾਣਾ ਐਂਸ਼ੀਅੰਟ ਲਿਟਰੇਚਰ ਪੜ੍ਹਦੇ ਹਾਂ ਦੁਨੀਆ ਪੱਧਰ ਦਾ, ਭਾਵੇਂ ਉਹ ਗ੍ਰੀਕ ਹੈ ਤੇ ਭਾਵੇਂ ਉਹ ਈਸਟਰਨ ਸਕੂਲ ਆਫ ਥਾਟ ਵਿੱਚ ਆ, ਉਹਦੇ 'ਚ ਕਿਹਾ ਜਾਂਦਾ ਹੈ ਕਿ 12 ਵਰ੍ਹੇ ਤੱਕ ਬੱਚੇ ਦੇ ਗੁਨਾਹ ਦੀ ਜ਼ਿੰਮੇਵਾਰੀ ਬੱਚੇ ਦੇ ਮਾਂ-ਬਾਪ ਤੇ ਪੈਂਦੀ ਹੈ। ਲਾ ਬਿਲਕੁਲ ਇੱਥੇ ਖੜਾ ਆ। ਇਫ ਕਿਡਸ ਇਜ਼ ਐਕਚੁਅਲੀ ਲੈਸ ਦੈਨ 11, 12, then whatever that kid is doing, parents are going to be responsible. ਉਹਨਾਂ ਨੂੰ ਕਾਊਂਟੇਬਲ ਕੀਤਾ ਜਾਏਗਾ। ਭਾਈ ਤੁਸੀਂ ਕਿੱਥੇ ਸੀ? ਭਾਈ ਦੱਸੋ। ਇਹ ਸਭ ਕੁਛ ਤੁਹਾਡੇ ਉਸ ਰੂਪ ਦੇ ਵਿੱਚ, ਮਤਲਬ ਉਨੀ ਦੇਰ এনवायरमेंटल ਰਿਸਪੌਂਸਿਬਿਲਿਟੀ ਹੈ। ਇਸ ਤੋਂ ਬਾਅਦ ਜਦੋਂ ਕ੍ਰਾਸ ਕਰ ਗਏ ਫਿਰ ਭਾਈ ਪਰਸਨਲ ਜ਼ਿੰਮੇਵਾਰੀ ਹੈ। ਫਿਰ 12 ਟੀਨ ਏਜ ਦੇ ਵਿੱਚ ਬੱਚੇ ਨੂੰ ਕਾਊਂਟੇਬਲ ਕੀਤਾ ਜਾਂਦਾ, ਭਾਵੇਂ ਉਹਨੂੰ ਥੋੜ੍ਹੇ ਕੌਨਸੀਕੁਐਂਸ ਦਿੱਤੇ ਜਾਂਦੇ ਨੇ। ਭਾਈ ਤੂੰ ਰਿਸਪੌਂਸੀਬਲ ਹੈ, ਤੂੰ ਇਸ ਬਾਬਤ ਹੈ। ਸੋ ਇਹ ਰੂਪ ਆ ਕਿ ਇੱਕ ਲੈਵਲ ਤੱਕ ਤੇ ਚਲੋ এনवायरमेंट ਨੇ, ਉਹ ਸਾਰੇ ਨੇ ਸਾਡੇ ਪਿਛਲੇ ਨੇ ਰੋਲ ਅਦਾ ਕਰਨਾ ਹੈ। ਪਰ ਉਸ ਤੋਂ ਬਾਅਦ ਬਾਬਾ ਜੀ ਕਹਿੰਦੇ ਆਪ ਸੋਚ। ਤੇ ਗੁਰੂ ਬਾਬਾ ਜੀ ਨੇ ਵੀ ਕਿਹਾ ਕਿ ਜਿੰਨੇ ਵੀ ਜੀ ਧਰਤੀ ਤੇ ਰੱਬ ਨੇ ਪੈਦਾ ਕੀਤੇ ਨੇ, ਸੁਰਤ ਵਿਹਾਉਣਾ ਕੋਈ ਨਾ ਕੀ। ਕਿਸੇ ਨੂੰ ਇਹ ਨਹੀਂ ਵੀ ਸੁਰਤ ਆਬਤਾ, ਇੰਨੀ ਅਵੇਅਰਨੈਸ ਨਾ ਦਿੱਤੀ ਹੋਏ। ਜਿਵੇਂ ਮੈਂਟਲ ਹੈਲਥ ਬਾਰੇ ਬਾਤ ਕਰਦਾ ਹਾਂ, ਲੋਕ ਕਈ ਵਾਰੀ ਕਹਿੰਦੇ ਨਾ ਵੀ ਇਹ ਤੇ ਨੀਮ ਪਾਗਲ ਆ, ਇਹਨੇ ਐਵੇਂ ਦੀਆਂ ਚੋਇਸਿਸ ਬਣਾਉਣੀਆਂ ਨੇ। ਐਕਚੁਅਲੀ ਐਸਾ ਨਹੀਂ ਹੁੰਦਾ। ਅਸੀਂ ਕਈ ਵਾਰੀ ਸੈਲਫ ਰਿਸਪੌਂਸਿਬਿਲਿਟੀ ਤੋਂ ਆਪ ਭੱਜਦੇ ਹਾਂ ਤੇ ਕਿਸੇ ਨੂੰ ਸੈਲਫ ਰਿਸਪੌਂਸਿਬਿਲਿਟੀ ਤੋਂ ਦੂਰ ਕਰ ਦਿੰਦੇ ਹਾਂ। ਹੁਣ ਅਸੀਂ ਮੈਂਟਲ ਹੈਲਥ 'ਤੇ ਕੰਮ ਕਰਦੇ ਹਾਂ। ਬੰਦੇ ਨੂੰ ਇੰਨਾ ਪਤਾ ਹੋਏ ਕਿ ਆਹ ਮਿੱਠਾ ਆ, ਲੂਣਾ, ਸਲੂਣਾ, ਆਹ ਖਾ ਸਵਾਦ ਲੱਗਦਾ, ਆਹ ਖਾਣ ਨੂੰ ਚੰਗਾ ਨਹੀਂ ਲੱਗਦਾ, ਸਮਝੋ ਬੰਦਾ ਮੈਂਟਲੀ ਠੀਕ ਹੈ। ਬੰਦੇ ਨੂੰ ਪਤਾ ਹੋਏ ਵੀ ਕੱਪੜਾ, ਹਾਂ ਮੈਨੂੰ ਪ੍ਰੈਸ ਹੋਇਆ ਪਾਉਣਾ ਚਾਹੀਦਾ, ਮੈਨੂੰ ਕੱਪੜਾ ਐਵੇਂ ਦਾ ਚੰਗਾ ਲੱਗਦਾ ਹੈਗਾ, ਦੈਟ ਮੀਨ ਮੈਂਟਲੀ ਠੀਕ ਹੈ। ਇੰਨਾ ਬਹੁਤ ਇੱਥੋਂ ਪਤਾ ਲੱਗ ਗਿਆ। ਜੇ ਇਹ ਚੋਇਸਿਸ ਉਹ ਬਣਾ ਸਕਦਾ, ਇੰਨੀ ਅਵੇਅਰਨੈਸ ਹੈ, ਇੰਨੀ ਸੁਰਤਿਆਬਤਾ ਹੈ ਵੀ ਖਾਣ ਨੂੰ ਆ ਚਾਹੀਦਾ, ਪਾਣ ਨੂੰ ਆ ਚਾਹੀਦਾ, ਰਹਿਣ ਵੇਖਣ ਨੂੰ ਆ ਚੀਜ਼ ਚਾਹੀਦੀ ਹੈ। ਬਾਕੀ ਬੰਦਾ ਕਹੇ ਮੈਂ ਤੇ ਕਮਲਾ, ਮੇਰੇ ਤੋਂ ਤਾਂ ਚੋਇਸ ਬਣਦੀ ਨਹੀਂ, ਜਾਂ ਲੋਕੀ ਕਹਿਣ ਇਹ ਨਾ। ਐਕਚੁਅਲ ਲੈਵਲ ਤੇ ਇੱਥੇ ਰਿਸਪੌਂਸਿਬਿਲਿਟੀ ਦੂਜੀ ਵੀ ਲੈ, ਜਿਹੜੀਆਂ ਦੂਜੀਆਂ ਡਿਊਟੀਜ਼ ਨੇ ਉਹ ਵੀ, ਤੇ ਉਹਨਾਂ 'ਚ ਇਹ ਤੂੰ ਭੱਜ ਰਿਹਾ। ਗੁਰੂ ਬਾਬਾ ਜੀ ਬਿਆਨ ਕਰਦੇ, ਜੇ ਇੰਨੀ ਕੁ ਐਬਿਲਿਟੀ ਹੈ, ਕਿਉਂਕਿ ਮਨ ਡਰਾਈਵਰ ਹੈ ਨਾ, ਉਹ ਡਰਾਈਵ ਕਰਦਾ ਹੈ ਜੀਵਨ ਦੀ ਗੱਡੀ ਨੂੰ। ਜੇ ਉਹ ਇਹਨਾਂ ਸਟੇਸ਼ਨ ਤੇ ਰੁਕ ਸਕਦਾ, ਖਾਣ ਵਾਲੇ ਤੇ ਪਾਣ ਵਾਲੇ ਤੇ ਹੋਰਾਂ ਤੇ, ਭਾਈ ਜਿਹੜੀ ਉਸ ਗੱਡੀ ਦੀ ਮੇਨਟੇਨੈਂਸ ਕਰਨੀ ਹੈ, ਜਿਹੜਾ ਉਹਦਾ ਕੇਅਰ ਕਰਨੀ ਹੈ, ਜਿਹੜੀਆਂ ਉਹਦੇ ਨਾਲ ਚੋਇਸਿਸ ਬਣਾਉਣੀਆਂ ਨੇ ਅਮਲ ਦੇ ਰੂਪ ਵਿੱਚ, ਉਹ ਵੀ ਠੀਕ ਕਰ ਸਕਦਾ ਹੈ। ਇੱਥੇ ਗੁਰੂ ਬਾਬਾ ਜੀ ਨੇ ਰਿਸਪੌਂਸਿਬਿਲਿਟੀ ਸਾਡੇ ਸ਼ੋਲਡਰ ਤੇ ਰੱਖੀ ਹੈ। ਮਹਾਰਾਜ ਬਿਆਨ ਕਰਦੇ, ਮਨ ਰੇ ਕੌਣ ਕੁਮਤ ਤੈਂ ਲੀਨੀ। ਉਹ ਮਨਾ ਕਿਹੋ ਜਿਹਾ ਰਿਸੈਪਟਰ ਹੋ ਗਿਆ ਤੂੰ ਕਿਹੋ ਜਿਹੀ ਕੁਮਤਤਾ, ਜਿਹੜੀ ਚੀਜ਼ ਤੈਨੂੰ ਨਹੀਂ ਲੈਣੀ ਚਾਹੀਦੀ, ਜਿਹੜੀ ਯੂਨੀਵਰਸਲ ਸਾਈਡ ਤੋਂ ਵਾਈਜ਼ ਚੋਇਸਿਸ ਨਹੀਂ ਹੈਗੀਆਂ, ਉਹ ਨਹੀਂ ਬਣਾਉਣੀਆਂ ਚਾਹੀਦੀਆਂ। ਹੁਣ ਸਪੋਜ਼ ਕਰੋ ਕੋਈ ਮੇਰਾ ਸਮਾਨ ਚੋਰੀ ਕਰਕੇ ਲੈ ਜਾਏ, ਮੈਨੂੰ ਚੰਗਾ ਨਹੀਂ ਲੱਗੇਗਾ। ਮੈਂ ਕਿਸੇ ਦਾ ਸਮਾਨ ਚੋਰੀ ਕਰਕੇ ਲੈ ਜਾਵਾਂ, ਉਹਨੂੰ ਕਿਵੇਂ ਚੰਗਾ ਲੱਗੇਗਾ? ਮੈਂ ਕਿਸੇ ਦਾ ਦਿਲ ਤੋੜਾਂ, ਦਿਲ ਖਰਾਸ਼ੀ ਕਰਾਂ, ਕਿਸੇ ਨੂੰ ਗਾਲਾਂ ਕੱਢਾਂ, ਕਿਸੇ ਨੂੰ ਉਸ ਤਰੀਕੇ, ਮੈਨੂੰ ਬਿਲਕੁਲ ਪਤਾ ਨਹੀਂ ਲੱਗ ਰਿਹਾ, ਪਰ ਜੇ ਕੋਈ ਮੈਨੂੰ ਕਰੇ ਦੈਨ ਮੈਨੂੰ ਲੱਗਿਆ ਬੜਾ ਬੁਰਾ, ਮੈਨੂੰ ਬੜੀਆਂ ਗਾਲਾਂ ਕੱਢੀਆਂ, ਮੈਨੂੰ ਬੜਾ ਬੁਰਾ ਆਖਿਆ। ਭਾਈ ਇਹ ਹੈ ਕਿ ਜੇ ਤੈਨੂੰ ਪਤਾ ਆ ਆਹ ਚੀਜ਼ ਤੇਰੇ ਨਾਲ ਹੋਏ ਤੇ ਤੈਨੂੰ ਵਾਜਬ ਨਹੀਂ ਹੋਏਗੀ, ਕਿਸੇ ਨਾਲ ਕਿਉਂ ਕਰਦਾ? ਜੇ ਇਹ ਚੀਜ਼ ਤੂੰ ਇਸ ਦਾ ਗਾਹਕ ਨਹੀਂ ਬਣਨਾ ਚਾਹੁੰਦਾ ਆਪਣੇ ਤੌਰ ਤੇ, ਭਈ ਕਿਸੇ ਨੂੰ ਇਸ ਚੀਜ਼ ਨੂੰ ਜਿਹੜਾ ਹੈਗਾ ਸੈੱਲ ਕਰਨ ਦੀ, ਉਹਨੂੰ ਦੇਣ ਦੀ ਟਰਾਈ ਨਾ ਕਰ। ਇੱਥੇ ਗੁਰੂ ਬਾਬਾ ਜੀ ਨੇ ਕੁਝ ਐਕਸਟ੍ਰੀਮ ਬਾਤ ਕੀਤੀ, ਕਹਿਣ ਲੱਗੇ
मन रे कौन कुमत तैं लीनी। मन की दुनिया च हर वक्त जिहड़ी चीज़ जोरावर हो गई है ਉਹਦੇ ਚੋਂ ਕੀ ਹੋਇਆ, परदारा निंदिया रस रचियो। परदारा, दारा वैसे इस्त्री ਨੂੰ ਕਿਹਾ ਜਾਂਦਾ ਹੈ। जिस वक्त ये बचन लिखे गए ने उस वक्त ਜਿਹੜੀਆਂ फैमिनन राइट्स ने, ਜਿਹੜੀਆਂ फैमिनन वैल्यूज़ ने, इन्हां बारे सोसाइटी अवेयर नहीं है। जिवें जिवें समाज विच अगे वधिया ते क्योंकि पहलां तो सोसाइटी सिर्फ मसल्स ते खड़ी सी ना, हल वाहुणा वड्डे मसल्स दा काम आ, सोसाइटी दा सारे कामकार मसल्स नाल होणे ने। जदों टैक्नोलॉजी आ गई, मसल्स दी पावर घट गई। कई बार असीं भी कहने ना कि साडे जिहड़े सिख सीगे बड़े बहादुर सी, नो डाउट साडे पूर्वज उस रूप विच, ते भारती खिते साडे फौजियां ने आ कर दिता, इस तरह करता, इस तरह करता, इस किस्म दीयां बातां। अज वो कहंदे साडी भर्ती घटाती, 2% तो घट कर दी, भाई लोड़ ही नहीं, लोड़ की रह गई है। अज तो सारी टैक्नोलॉजी आ गई है। अज तो एक बंदा कितों बैठा एक बटन दबे सब फनाह हो जाए, तबाह हो जाए। इस करके जिहड़े लोग कल तक मसल्स एबिलिटी दे नाल सीगे वो वैल्यूएबल नहीं रह गए। अज दी सिक्योरिटी जिहड़ी है, बंदियां दी सिक्योरिटी नहीं रह गई। अज तो तुहाडे कोल CCTV सिस्टम आ गया है। अज तो तुहाडे कोल जिहड़ा हैगा सारा उस तरीके दे नाल जिहड़ा हैगा नवां रूप आ गया। इस सारे दे विच जिहड़ी सोसाइटी दी होनी भी बदली है, उहदी तस्वीर भी बदली, उहदे डेमोग्राफिक्स भी बदल गए ने। हुण अज जिहड़ा माहौल है इहदे विच औरतां दे कोल ऑटोनमी है, औरतां दे कोल जिहड़ा है उन्हां दे कोल फाइनैंशियल स्टेटस है, उन्होंने को सोशल स्टेटस है। अपने तौर पर इस किस्म की बात आ गई तो सोसाइटी अज उस चीज़ में वेख रही है। इस परदारा की बात की ना, तो हकीकत यह है कि पराए तन के बारे कशिश होनी। जे अज सोशल स्ट्रक्चर में देखिए तो जिहड़ी डिसलॉयलिटी है, जिहड़ी बेवफाई है, एक दूजे दे नाल कमिटमेंट किया, मन करके तन करके कर्म करके वफा करांगे, तो जो होया ये राह ते तुरे तो देखने च आया कि ये बड़ी चीटिंग हो रही है, इस तरह हो रहा है, इस तरीके दे नाल 95% रिश्ते इन्हां मुल्कां दे मुबालिक ते जिसे करके टुटदे ने। इहो जे हालात ने, बंदे नूं ये नहीं पता मेरियां बाउंड्रीज की ने, मेरियां लिमिट्स की ने। तो ये जिहड़ा रूप रस ते रंग ये इतना ज़्यादा जोरावर आ, बंदा मतलब बंदे दा मतलब एनी ह्यूमन, इट जस्ट डजंट मैटर इज मैस्कुलिन और फैमिनन, ਉਹਦੇ पेतले होने ਦੀ, ਉਹਦੇ मतलब पिसल जाने ਦੀ बड़ी जल्दी ये ਤੁਸੀਂ ਦੇਖਦੇ ਹੈਗੇ ਹੋ। ਅੱਜ ਜਦੋਂ ਅਸੀਂ ਇਸ ਸਾਰੇ ਸਮਾਜਾਂ 'ਚ ਦੇਖਦੇ ਹੈਗੇ ਆ, ਸੋਸ਼ਲ ਸਟਰਕਚਰ ਦੇ ਤੁਸੀਂ ਦੇਖੋ, ਸੋਸ਼ੀਓਲੋਜੀ ਦੇ ਵਿੱਚ ਜਾ ਕੇ ਤੇ ਪਤਾ ਲੱਗੇਗਾ ਕਿ ਸਮਾਜ ਕਿਸ ਪਾਸੇ ਨੂੰ ਵੱਧ ਰਿਹਾ ਹੈਗਾ। ਇੱਥੇ ਸਿੰਗਲ ਪੈਰੈਂਟਿੰਗ ਮਾਡਲ ਤੁਹਾਨੂੰ ਆਮ ਨਜ਼ਰ ਪਏਗਾ। ਤੇ ਪਹਿਲਾਂ ਤੇ ਨਿਊਕਲੀਅਰ ਫੈਮਿਲੀਜ਼ ਦੀ ਗੱਲ ਕੀਤੀ ਜਾਂਦੀ ਸੀ, ਹੁਣ ਤੇ ਪਲੈਟੀਨਮ ਫੈਮਿਲੀ ਸਿਸਟਮ ਵਿੱਚ ਆ ਚੁੱਕੇ ਨੇ ਲੋਕ। सो ये सारे हालात क्यों बड़े? क्योंकि मन ते कंट्रोल नहीं गा। जदों कोई इहो जिहा तिलिस्म, कोई मिसमराइजेशन होंदी है, कोई आले दुआले रंग रूप रस इस किस्म की चीज़ आले दुआले नज़रियाब होंदी है, बंदे का मन फिसल के दूजे पासे चला जाता है। गुरु बाबा जी कहिंदे एक कुमत्या आ, तू इस चीज़ तो अपने आप नूं वर्जना है, परहेजगार करना है, ये तेरे लिए लाजमी है। जे चीज़ नहीं होएगी फैमिली नहीं होएगी। बिना फैमिली तो, बिना परिवारक कदरां कीमतां तो बंदा किते नहीं पहुंच सकता। एक कुटुंब ही है, एक जिहड़ा परिवार ही है, जिहड़ा सांभदा है, चलाउंदा आ, उहदी चार दीवारी दे विच मनुख दी परसनैलिटी जिहड़ी वो सही रूप विच चमकदी है। सो गुरु बाबा जी ने बात की, ये पहली स्टेज आ। जे तेरा मन मनुख मात्र इस चीज़ नूं अडॉप्ट ना कर सकिया पूरी तरह, चेते रखी बर्बादी कोई बाहरों आउण दी लोड़ नहीं। इसलिए सिक्खी ने कहा साडा कोई दुश्मन नहीं गा। इत्थे ते गावों गुण परम गुरु सुख सागर दुरत निवारण शब्द सरे। गुरु नानक साहब की भट्ट साहब वडियाई करते, कहिंदे गुरु नानक की वडियाई की करा मैं, मेरा तो चित करता है मैं उसकी सुजस गावां, पर सुजस भी किवें गावां, क्योंकि दुरत निवारण उन्हें दसिया जिंदगी के दुरत किवें निर्वृत करने ने। दुरत बाहरों नहीं आउंदे, दुरत तुहाडे अंदरों आउंदे ने, अंदरों लामतां आउंदियां ने। आले दुआले तो एनवायरमेंट में फिर बिनती की, चॉइसिस ने तुहाडे कोल, तुसीं अपने आप नूं समेटना है, तुसीं अपने आप नूं ग्रिप करना है, लगाम पानी है। जे तुसीं ये नहीं कर सकोगे अल्टीमेटली ये मदर नेचर के ला दे विच बर्बादी तबाही जिहड़ी है जी आप एक तो है ना, बच्चे की बात की मैं कि बटर की टिक्की की तरह है, उन्होंने फ्रिज की थां ते ओवन च रख दिता,
ਪਰ ਜਦੋਂ ਉਹਨੂੰ ਖੁਦ ਚੂਜ਼ ਕਰਨ ਵਾਸਤੇ ਮਿਲ ਗਿਆ ਵੀ ਆਈਦਰ ਆਈ ਵਾਂਟ ਟੂ ਗੋ ਇਨ ਓਵਨ ਔਰ ਫ੍ਰਿਜ, ਉਦੋਂ ਸੋਚੇ ਵੀ ਕੋਈ ਨਾ ਇੱਕ ਵਾਰੀ ਓਵਨ 'ਚ ਵੀ ਬੈਠ ਕੇ ਵੇਖ ਹੀ ਲੈਂਦੇ ਹਾਂ ਮਾੜਾ ਜਿਹਾ। ਬਸ ਉਹ ਮਾੜਾ ਜਿਹਾ ਬੈਠ ਕੇ ਵੇਖਣ ਨੂੰ ਮਿਸਾਲ ਦਿੱਤੀ। ਅਲ ਗੌਰ ਨੇ ਬੜੀ ਕਮਾਲ ਦੀ ਐਗਜ਼ਾਮਪਲ ਕੀਤੀ ਸੀ ਇਨਵਾਇਰਮੈਂਟ ਬਾਰੇ। ਉਹ ਕਹਿੰਦਾ ਕਿ ਇੱਕ ਹੈਗਾ ਪਤੀਲਾ ਉਬਲ ਰਿਹਾ ਪੂਰੀ ਤਰ੍ਹਾਂ, ਉਬਲਦੇ ਹੋ ਪਤੀਲੇ ਦੇ ਵਿੱਚ ਤੁਸੀਂ ਡੱਡੂ ਨੂੰ ਸੱਟੋ ਵਿੱਚ, ਮੈਂਡਕ ਨੂੰ, ਜਿਵੇਂ ਤੁਸੀਂ ਫਰੋਗ ਨੂੰ ਉਹਦੇ ਵਿੱਚ ਸੱਟੋਗੇ, ਕਿਉਂਕਿ ਉਹਦੇ 'ਚ ਐਬਿਲਿਟੀ ਕੁਦਰਤ ਨੇ ਪਾਈ ਹੈ, ਉਬਲਦੇ ਹੋਏ ਪਾਣੀ ਦੇ ਵਿੱਚ ਵੀ ਇੱਕਦਮ ਸੱਟ ਦੇ ਨਾਲ ਜੰਪ ਕਰਕੇ ਬਾਹਰ ਆ ਜਾਏਗਾ। ਉਹ ਰਾਈਟ, ਉਹਨੂੰ ਪਤਾ ਲੱਗੇਗਾ ਵੀ ਇੱਥੇ ਮੈਂ ਗਲ ਜਾਗਾ, ਮੈਂ ਸੜ ਜਾਗਾ। ਇਹਨੂੰ ਸਾਹਿਬ ਨੇ ਕਿਹਾ ਨਾ ਵੀ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲ ਹੈ। ਉਹਨੇ ਕਿਹਾ ਇੱਕਦਮ ਗਲ ਜਾਗਾ, ਇੱਕਦਮ ਛਾਲ ਮਾਰ ਕੇ ਬਾਹਰ ਆ ਗਿਆ। ਇੱਕ ਤਰੀਕਾ ਹੋਰ ਵੀ ਹੈ, ਉਹ ਕਹਿੰਦਾ ਹੈ ਪਾਣੀ ਦਾ ਪਤੀਲਾ ਰੱਖੋ, ਉਸ ਪਤੀਲੇ ਦੇ ਵਿੱਚ ਡੱਡੂ ਨੂੰ ਛੱਡ ਦਿਓ ਤੇ ਪਾਣੀ ਦਾ ਪਤੀਲਾ ਠੰਡਾ ਹੋਏ, ਉਹ ਠੰਡੇ ਪਤੀਲੇ ਨੂੰ ਬਹੁਤ ਹਲਕੀ ਹਲਕੀ ਆਂਚ ਦੇ ਉੱਤੇ, ਮਾੜੀ ਮਾੜੀ ਆਂਚ ਦੇ ਉੱਤੇ ਰੱਖ ਦਿਓ। ਹੋਏਗਾ ਕਿ ਉਹ ਥੋੜੀ ਥੋੜੀ ਅੱਗ ਹੌਲੀ 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 ਪਾਣੀ ਨੂੰ ਗਰਮ ਕਰੇਗੀ। ਜਿੰਨਾ ਕੁ ਗਰਮ ਕਰੇਗੀ ਉਨਾ ਕੁ ਬਾਡੀ ਦਾ ਟੈਂਪਰੇਚਰ ਐਡਜਸਟ ਹੁੰਦਾ ਜਾਏਗਾ, ਐਡਜਸਟ ਹੁੰਦਾ ਜਾਏਗਾ, ਐਡਜਸਟ ਹੁੰਦਾ ਜਾਏਗਾ। ਉਦੋਂ ਹੀ ਪਤਾ ਲੱਗੇਗਾ ਪਾਣੀ ਹੁਣ ਬੋਇਲ ਕਰਨ ਵਾਲੀ ਸਟੇਜ 'ਤੇ ਆ ਰਿਹਾ ਹੈ। ਹੁਣ ਉਹਦੇ 'ਚ ਐਬਿਲਿਟੀ ਨਹੀਂ ਜੰਪ ਮਾਰ ਕੇ ਬਾਹਰ ਆ ਸਕੇ। ਲੋਕ ਕਈ ਵਾਰੀ ਕਹਿੰਦੇ ਨਾ, ਵਾਈ ਡੂ ਆਈ ਹੈਵ ਟੂ ਰਿਸਾਈਟ ਬਾਣੀ ਐਵਰੀ ਡੇ? ਬਈ ਯੂ ਹੈਵ ਟੂ, not only recite, you have to understand what this Bani is telling you. If you are not following the part, if you are not actually following this kind of ideal things, one day you might get stuck in a big mess. Although to kahe, I really want to come out of it. No, it's over. ਜਪਜੀ ਸਾਹਿਬ ਹੀ ਪੜੋ। ਮੈਂ ਕਹਿੰਦਾ ਇਹ ਐਨਾਲਿਟਿਕ ਥਿੰਕਿੰਗ ਹੈ। ਬੰਦਾ ਆਪਣੇ ਆਪ ਨੂੰ ਸੋਚੇ, Guru Nanak Sahib, why did you write this Bani? And at the same time, our school, our Sikh school is telling us, we have to read this Bani every morning. So what is the purpose to read it? And what is the purpose to write it? Tell us. ਇਸੇ ਕੁਐਸਚਨ ਦੇ ਆਨਸਰ ਵਾਸਤੇ ਜਪਜੀ ਸਾਹਿਬ ਦਾ ਅਖੀਰਲਾ ਹਿੱਸਾ ਪੜ੍ਹ ਲਵੋ। ਬਾਬਾ ਜੀ ਨੇ ਕਿਹਾ, ਜਤ ਪਹਾਰਾ ਧੀਰਜ ਸੁਨਿਆਰ। ਪਹਾਰਾ ਕਹਿੰਦੇ ਦੁਕਾਨ ਨੂੰ। ਦੁਕਾਨ ਹੱਟੀ ਉਹ ਹੁੰਦੀ ਹੈ ਜਿਹਦੇ 'ਚ 24 ਆਵਰ ਜਿਹੜਾ ਸਮਾਨ ਉਹ ਵੇਚਦਾ ਉਹ ਪਿਆ ਹੋਣਾ ਚਾਹੀਦਾ। ਇੱਥੇ ਗੈਸ ਸਟੇਸ਼ਨ ਵਗੈਰਾ ਲਾਇਸੈਂਸ ਦਿੰਦੀ ਗਵਰਨਮੈਂਟ ਵੀ ਤੁਸੀਂ ਆਹ ਜਿਹੜਾ ਹੈਗਾ ਸ਼ੈਲ ਵਾਲੇ ਨੇ, ISO ਵਾਲੇ ਨੇ, ਆ ਪੈਟਰੋ ਵਾਲੇ ਨੇ, ਨਾਲ ਕੁਝ ਕਨਵੀਨੀਅੰਟ ਸਟੋਰ ਖੋਲ੍ਹੇ ਜਾਂਦੇ, ਕੁਝ ਕਈ ਕਾਫੀ ਸ਼ਾਪਸ ਖੋਲ੍ਹੀਆਂ ਜਾਂਦੀਆਂ, ਉਹਨਾਂ ਨੂੰ ਲਾਇਸੈਂਸ 'ਤੇ ਲਿਖਿਆ ਹੁੰਦਾ ਇਹ 24 ਆਵਰ ਸਰਵਿਸ ਹੈ। 24 ਆਵਰਸ ਤੁਸੀਂ ਉੱਥੇ ਚਲੇ ਜਾਓ, ਜਿਹੜੀ ਚੀਜ਼ ਉਹਨਾਂ ਨੂੰ ਲਾਇਸੈਂਸ ਵਾਸਤੇ ਦਿੱਤੀ ਗਈ ਕਿ ਭਾਈ ਤੁਸੀਂ ਜਾ ਕੇ ਡੋਰ ਨੌਕ ਕਰੋ, ਤੁਸੀਂ ਕਹੋ ਕਿ ਆਹ ਚੀਜ਼ ਚਾਹੀਦੀ, ਉਹ ਕਹਿੰਦੇ ਨੋ ਵੀ ਡੋਂਟ ਹੈਵ, ਲਾਇਸੈਂਸ ਕੈਂਸਲ ਹੋ ਜਾਏਗਾ। ਭਾਈ ਤੁਹਾਨੂੰ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਤੁਸੀਂ 24 ਜਿਹੜਾ ਮਰਜ਼ੀ ਪਹਾਰਾ ਇਹ ਹੈ, ਕੋਈ ਅੱਧੀ ਰਾਤ ਨੂੰ ਵੀ ਆ ਕੇ ਕੁੰਡਾ ਖੜਕਾਏ, ਕਿਸੇ ਸਮੇਂ, ਕਿਸੇ ਮਾਹੌਲ, ਕਿਸੇ ਵਕਤ ਦੇ ਵਿੱਚ ਅੰਦਰੋਂ ਜਤ ਇਹੀ ਮਿਲੇ, ਕੁਛ ਨਾ ਹੋਰ ਮਿਲੇ। ਜੈਸੇ ਮਰਜ਼ੀ, ਦੇयर इज नो ਜਸਟੀਫਿਕੇਸ਼ਨ, whatever situation you have to be। ਜਿਹੜਾ ਇਹ ਬੰਦੇ ਦੇ ਕਰੈਕਟਰ ਦੀ ਬਾਤ ਆ ਰਹੀ ਹੈ, ਇਹਦੇ ਵਿੱਚੋਂ ਹੀ ਮਨੁੱਖ ਪੂਰਾ ਹੁੰਦਾ ਹੈ। ਨਹੀਂ ਤੇ ਮਨੁੱਖ ਜ਼ਹਿਨੀ ਤੌਰ ਤੇ ਵਾਸ਼ਨਾ ਸ਼ਕਤੀ ਹੈ ਸੁਦੀ, ਪਰ ਇਹ ਸ਼ਕਤੀ ਜਿਹੜੀ ਹੈ ਜਦੋਂ ਬੰਦਾ ਸੰਭਾਲ ਨਹੀਂ ਪਾਉਂਦਾ, ਬਰਬਾਦੀ ਇੱਥੋਂ ਹੁੰਦੀ ਹੈ। ਆਪ ਅੱਜ ਵੀ ਦੇਖੋ, ਅਮਰੀਕਾ ਦੀ ਬਾਤ ਅਸੀਂ ਕਰਦੇ ਹਾਂ, ਮੈਂ ਵੀ ਚਾਹਾਂਗਾ ਮੇਰੀ ਜ਼ਬਾਨ ਦੀ ਐਗਜ਼ਾਮਪਲ ਆਈ ਹੁਣ, ਤੇ ਅਮਰੀਕਾ ਦੇ ਵਿੱਚ ਜੇ ਦੇਖਿਆ ਜਾਏ ਤਾਂ ਇੱਕ ਪ੍ਰੈਜ਼ੀਡੈਂਟ ਐਸਾ ਆਇਆ ਜਿਹਦੀ ਲੈਗਸੀ ਜਿਹੜੀ ਹੈ, ਜਿਹਦਾ ਮਤਲਬ ਜਿਹਦੇ ਦੌਰ ਨੂੰ ਨਿਰਵਾਣਾ ਕਿਹਾ ਜਾਂਦਾ ਅਮਰੀਕਾ ਵਾਸਤੇ, ਕਲਿੰਟਨ। ਬੜਾ ਅਮਰੀਕਨ ਸੁਸਾਇਟੀ ਕਿਸੇ ਟਰਬਲ 'ਚ ਨਹੀਂ ਆਈ, ਮਤਲਬ ਇੰਟਰਨੈਸ਼ਨਲ ਸਾਈਡ ਤੋਂ, ਡੋਮੈਸਟਿਕ ਸਾਈਡ ਤੋਂ ਕੋਈ ਇਸ਼ੂ ਜਨਰੇਟ ਨਹੀਂ ਹੋਣ ਦਿੱਤਾ ਬੰਦੇ ਨੇ। ਐਸਾ ਮੁਲਕ ਸੰਭਾਲਿਆ ਫੁੱਲਾਂ ਦੀ ਤਰ੍ਹਾਂ, ਬਿਲਕੁਲ ਹਰ ਇਸ਼ੂ ਨੂੰ ਐਵੇਂ ਹੈਂਡਲ ਕੀਤਾ। ਲੋਕੀ ਕਹਿੰਦੇ ਇਹੋ ਜਿਹਾ ਉਹਦਾ ਕੈਲੀਬਰ, ਉਹਦੀ ਹਰ ਚੀਜ਼, ਪਰ ਕਲਿੰਟਨ ਦੀ ਜਿਹੜੀ ਲੈਗੇਸੀ ਨੂੰ ਦਾਗਦਾਰ ਕੀਤਾ, ਵਾਸ਼ਨਾ, ਉਹਨੂੰ ਯਾਦ ਕਿਸੇ ਹੋਰ ਚੀਜ਼ ਵਾਸਤੇ ਕੀਤਾ ਜਾਂਦਾ। ਹੁਣ ਇਹ ਜਿਹੜੀ ਇਹ ਅਲਾਮਤ ਹੈ, ਉਹਨੇ ਆਪਣੀ ਜਦੋਂ ਕਿਤਾਬ ਵੀ ਲਿਖੀ ਉਹਦੇ 'ਚ ਉਹਨੇ ਜ਼ਿਕਰ ਕੀਤਾ ਇਸ ਗੱਲ ਦਾ। ਸੋ ਇਹ
गुरु बाबा जी ने बात की, देखो गुरु ग्रंथ साहब की बाणी है जिन्हें इन्ने तरीके नाल चीज़ां समझाइयां। मैं तां विनती कर रहा कि इस तो पहलां कि पानी हौली 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 करके गर्म होए, ਇਹੋ जी रचना बंदा रोज पढ़े, ਇਹੋ जे बचन पढ़े, हे कामंग नरक विश्रामंग बहु जोनी परमावण है। वो तू नरक दे राह तो बिना किते होर मैनू लैके नहीं जाएगा। हुण ये है गुरु बाबा जी कहते एहसास कर मन रे कौन कुमत तैं लीनी। अज भारती खिते की हालात देखो तुसी की ने, रेप दे केसेस तुसी सुनी रहे हो न्यूज़ वगैरह सारे दे सारे, तो अज की नहीं होनी, पिछों आ रही लगातार। लोगों ने काफ़ी समय पहले इंटरनेशनल मीडिया ने कहा भी इंडिया जोड़ा है बड़ा डेंजरस है औरतों वास्ते, बच्चियां वास्ते इस तरीके दे नाल। ते मैं खुद बजाते चीज़ां देखियां। साडे अपने जानकारां परिवार सीगा, बच्ची पढ़न नूं ब्रिलियंट, फोटोकॉपी मैमरी बच्ची दी, 17 साल की सारी, ग्रेड 12 किया, तो उत्थे जिवें थैमकैट लिखते हैं उत्थे शायद प्री मैडिकल प्राइमरी PTMI कुछ एवं करके है टैसट, जोड़ा प्री मैडिकल टैसट जोड़ा PMT, वो टॉप किया कुड़ी ने विदाउट एनी एक्चुअली जोड़ा है तो एनी कोचिंग एनीथिंग। मैं क्या वाह, मतलब बड़े वक्रे वक्रे इंस्टीट्यूशनस तो तुहानूं जोड़ा है जी आया मारे MBBS कराओ, इसनूं MD करे, डॉक्टर बढ़ेगी। तो ਉਹਦੇ मॉम मैनू हाथ जोड़ के कहते वास्ता रब दा कोई सेफ्टी नहीं हैगी, असी तो बस तरले मिन्नत करके किसी तरीके नाल ग्रेड 12 किया तो असीं सवेरे जहाजे चढ़ान लगे हैं। वी कैन नॉट एक्चुअली, इत्थे कोई हालात थोड़ा ने, ये सारा कित्थों आया जब ध्यान मार के देखिए थे। वो सो कॉल्ड बॉलीवुड, ये एवं नहीं सोसाइटी सारा ਇਹਦਾ ਡੈਮੋਗ੍ਰਾਫਿਕਸ ਇੰਨੇ खराब हो गए। जो परोसिया ही ये गया, इन्ने समय तो अश्लीलता परोसी जा रही है, वो सारा लोकी टीवी दी स्क्रीन ते बैठे वेखी जा रहे हैं, वेखी जा रहे हैं, वेखी जा रहे, कुमत अंदर चलेगी सारी। परदारा पराया तन देखिया, ਉਹਦੇ ਚ ना बेटी दिसी, ना भैन दिसी, ना मां दिसी, सिर्फ एक ऑब्जेक्ट दिस रहा है, फिगर। इस सोसाइटी दी इंडिविजुअल की सब तो थल्ली हालत है। जोत बंदा कित्थे वेखेगा जाके, सब मैं जोत जोत है सोए तिसदा चानन, सब मैं चानन होए, तो बहुत आइडियल चीज है। अजे तुहानूं ये एहसास नहीं गा, ये जिहड़ा तन है किसी दी मां है, कोई पिता, कोई उस रूप विच बेटी है, कोई भैन है, इस तरीके नाल अपने आप नूं रेजिग्नेट करना, उहदे नाल सांझ पाउणी। सोसाइटी या मनुखता इत्थों वड्डी हुंदी है। गुरु तेग बहादुर साहब जिक्र करते, परदारा निंदिया रस रचियो, निंदिया भंडना पदसना, सारी एनर्जी इसे ते फोकस करके लगा देनी। यदि खास करके बात मैं करा थावां ते करांगा, घरां च बच्चों नाल बैठो, अज तो बहुत बुरी हालत है। बच्चे मैं देखा ग्रेड 8 9 तक नहीं जाते, तो वो तो बिल्कुल इहो जी सोच धारने हो जाते हैं, सोसाइटी च मैस, रिलीजन इज मैस, रिलीजन इज कल्ट, आई डोंट वांट टू एक्चुअली एसोसिएट माई सैल्फ विद रिलीजन एट ऑल। ओह आ फलाना कॉरपोरेट्स वर्ल्ड माड़ा, फलाना माड़ा, धर्म माड़ा, गुरुद्वारा माड़ा, सोसाइटी माड़ी, फैमिली माड़ी, सब कुछ। ये कित्थों आ गया? ये बच्चा इन्नी नैगेटिविटी चुक के तुरया फिरदा, कित्थे जाएगा ये बच्चा कल नूं माड़े जे हालात उस तरह के होए, ये गाना चकेगा? टॉप ऑफ दैट फोर्टनाइट वर्गियां गेमां चल रही हैं, इक्को चीज़ हो रही सारी। ये सारे घर का माहौल जिम्मेवार है। जो घर बैठे इक्को ही गल, नैगेटिव गल ही करनी है, ठीक है, रस आउंदा उहदे चों, भंड के पदसना करके खुशी मिल रही है, तो ठीक है, बच्चा भी उस चीज़ नूं, जे उत्थे ग्लोरीफुल चीज़ां लैके आओगे तो ग्लोरी ये नहीं, सोसाइटी की ग्लोरी मर गई है। साडी हैरीटेज विच ही है, हिस्टरी विच भी है, मनुखां दे हर जगह ते हर रूप दे विच। मैं कहना बच्चों नूं इत्थों दीयां स्टोरी सुनाओ। बच्चे कई बार कहते हैं सिक्खी का मायना देखो की है, मैं खुद लर्न की है चीज़। सिक्खी का मायना यह है, वी हैव टू एक्चुअली हैव सम काइंड ऑफ कंपैशन, करेज, लव, विजडम, दोज थिंग्स। सिक्खी की सारी स्टोरी ये भरी पई है, ये तरस है, दया आ, प्यार आ, बहादरी है, दलेरी है, इहो जिहियां चीज़ां ने। इत्थों लभो आले दुआले, ओहदी बात पाओ।
ਜਦੋਂ ਉਹਦੇ ਵਿੱਚੋਂ ਰਸ ਆਏਗਾ ਫਿਰ ਹੋਏਗਾ ਕਿ ਮਨ ਕਹੇਗਾ ਐਵੇਂ ਦੇ ਹੋ ਜਾਣਾ, ਐਵੇਂ ਦਾ ਬਣ ਜਾਣਾ, ਇਸ ਪਾਸੇ ਤੁਰ ਪੈਣਾ। ਪਰ ਮਹਾਰਾਜ ਕਹਿੰਦੇ ਜਦੋਂ ਨਿੰਦਿਆ ਹੀ ਨਿੰਦਿਆ, ਸਵਾਏ ਇੱਕ ਜਿਹੜਾ ਹੈਗਾ ਲੇਮ ਤੇ ਮਾੜਾ ਕ੍ਰਿਟਿਸਿਜ਼ਮ, ਇਹਦੇ ਉੱਤੇ ਫੋਕਸ ਕਰਾਂਗੇ ਮਰ ਜਾਵਾਂਗੇ। ਗੁਰੂ ਤੇਗ ਬਹਾਦਰ ਸਾਹਿਬ, ਪਰਦਾਰਾ ਨਿੰਦਿਆ ਰਸ ਰਚਿਓ, ਤੇ ਹੋਇਆ ਕਿ ਰਾਮ ਭਗਤ ਨੇ ਕੀਨੀ, ਰਮੀ ਹੋਈ ਸ਼ਕਤੀ ਦੀ ਭਗਤੀ ਨਾ ਹੋਈ। ਜਿਹੜਾ ਅਸਲ ਜ਼ਰਰੇ ਜ਼ਰਰੇ ਚ ਜ਼ਰਖੇਜ਼ ਹੋ ਕੇ ਜੀਵਨ ਦਹਿੰਦਿਆ, ਉਹਦਾ ਅਹਿਸਾਸ ਨਾ ਰਿਹਾ ਬੰਦੇ ਨੂੰ। ਰਹਾਓ ਮੁਕਤ ਪੰਥ ਜਾਣਿਓ ਤੈਨਾਹਨ, ਧਨ ਜੋਰਨ ਕੋ ਤਾਇਆ। ਬੱਚੇ ਜਾਂ ਅਸੀਂ ਆਪ ਵੀ ਇਹੋ ਜਿਹੇ ਪ੍ਰੋਫੈਸ਼ਨਸ ਚੂਜ਼ ਕਰਦੇ ਆ ਜਿਹਦੇ 'ਚ ਧੰਨਵਾਦ ਬਣ ਸਕੇ। ਇੱਕੋ ਫੋਕਸ ਹੈ। ਬੀਇੰਗ ਇਮੀਗ੍ਰੈਂਟ ਸਾਡੀ ਕਮਿਊਨਿਟੀ 'ਚ ਜ਼ਿਆਦਾਤਰ ਆਪ ਦੇਖ ਸਕਦੇ ਇਸੇ ਚੀਜ਼ 'ਤੇ ਜ਼ਿਆਦਾ ਚੀਜ਼ਾਂ ਜ਼ੋਰ ਪਾਉਂਦੀਆਂ ਨੇ। ਕਈ ਵਾਰ ਹੁੰਦਾ ਨਾ ਕਿ ਸਾਡੇ ਘਰਾਂ ਦੇ 'ਚ ਇੰਨਾ ਬੱਚਿਆਂ ਨੂੰ ਪਿਆਰ ਕਰਦੇ ਆ ਅਸੀਂ, ਉਹਨਾਂ ਵਾਸਤੇ ਇੰਨੀ ਮਿਹਨਤ ਕਰਦੇ ਆ, ਫਿਰ ਕਈ ਵਾਰ ਲੋਕ ਸੋਚਦੇ ਨੇ ਭਾਈ ਸਾਹਿਬ ਸਾਡਾ ਬੱਚਾ ਬਿਮਾਰ ਕਿਉਂ ਹੋ ਗਿਆ, ਮੈਂਟਲੀ ਕਿਉਂ ਨਹੀਂ ਠੀਕ ਹੈਗਾ। ਭਾਈ ਗੱਲ ਇਹ ਹੈ, ਇਹ ਝਾਤ ਮਾਰ ਕੇ ਦੇਖੋ ਇਹਦੇ ਇੰਟਰਸਟ, ਇਹਦੀ ਜਿਹੜੀ ਅਸਲ ਪਰਸੋਨਾ ਪਰਸਨੈਲਿਟੀ ਸੀ, ਕਿਤੇ ਉਹਨੂੰ ਅਪਰੈਸ ਤੇ ਨਹੀਂ ਕੀਤਾ ਗਿਆ। ਤੇ ਮੈਂ ਖੁਦ ਦੇਖਿਆ ਬੱਚੇ ਨੂੰ ਕੋਈ ਮੈਡੀਕਲ ਨਾਲ ਇੰਟਰਸਟ ਨਹੀਂ ਹੈਗਾ, ਕਿਉਂਕਿ ਮਾਂ-ਬਾਪ ਨੇ ਸ਼ੁਰੂ ਤੋਂ ਬਾਤ ਕੀਤੀ ਵੀ ਜੇ ਡਾਕਟਰ ਨਾ ਬਣਿਆ ਇਸ ਤੋਂ ਬਿਨਾਂ ਤੇ ਜ਼ਿੰਦਗੀ ਕੋਈ ਨਹੀਂ ਹੈਗੀ। ਬਸ ਉਹ ਵਿਚਾਰਾ ਬਣ ਗਿਆ, ਕੈਰੇਬੀਅਨ ਜਾ ਕੇ ਬਣ ਗਿਆ, ਕਿਤੇ ਅਮਰੀਕਾ 'ਚ ਜਿਹੜਾ ਹੈਗਾ ਧੱਕੇ ਧੁੱਕੇ ਖਾ ਕੇ ਬਣ ਗਿਆ ਕਿਸੇ ਤਰੀਕੇ ਦੇ ਨਾਲ। ਪਰ ਅੱਜ ਹੁਣ ਸ਼ਿਕਾਇਤ ਹੁੰਦੀ ਹੈ ਵੀਰ ਜੀ ਉਹਦੀ ਫੈਮਿਲੀ ਲਾਈਫ ਕੋਈ ਨਹੀਂ ਗਈ, ਉਹ ਤੇ ਬਾਹਰ ਤੋਂ ਬਿਨਾਂ ਕਿਤੇ ਬਹਿੰਦੇ ਨਾ, ਤੇ ਗੱਲ ਹੀ ਨਹੀਂ ਕਰਦਾ ਭਾਈ ਹੋਇਆ ਕੀ ਹੈ। ਹੁਣ ਜਿਹੜੀ ਸੈਲਵੇਸ਼ਨ ਤੁਸੀਂ ਲੱਭ ਰਹੇ ਹੋ, ਮੁਕਤੀ ਐਵੇਂ ਤੇ ਨਹੀਂ ਹੋਣੀ ਜਿਵੇਂ ਤੁਸੀਂ ਸੋਚਦੇ ਹੋ। ਅਸਲ 'ਚ ਉਹ ਤੇ ਹੁਣ ਇਸ ਪਾਸੇ ਲਾਤਾ ਹੈ, ਧਨ ਜੋਰਨ ਕੋ ਤਾਇਆ। ਬਸ ਇੱਕੋ ਹੀ ਰੇਸ, ਉਹ ਤੁਸੀਂ ਉਸ ਰੇਸ 'ਚ ਪਾਤਾ ਹੈਗਾ। ਉਹਨੂੰ ਖੁਦ ਨੂੰ ਨਹੀਂ ਪਤਾ ਜ਼ਿੰਦਗੀ ਦੇ ਮਾਇਨੇ ਕੀ ਨੇ। ਇਸ ਮੁਬਾਲਿਕ ਜਿੱਥੇ ਅਸੀਂ ਬੈਠੇ ਹਾਂ, ਮਾਫੀ ਚਾਹਾਂਗਾ ਮੈਂ, ਸ਼ਾਇਦ ਆਪ ਨੂੰ ਇਹ ਵੀ ਪਤਾ ਹੋਏਗਾ ਜ਼ਰੂਰ, ਮੈਂ ਮਾਫੀ ਚਾਹਨਾ ਲਫ਼ਜ਼ ਕਹਿਣ ਲੱਗਾ ਸੀ ਮੈਂ। ਲੋਕੀ ਇੱਥੇ ਜਿਹੜਾ ਮੇਨ ਸਟ੍ਰੀਮ ਕਮਿਊਨਿਟੀ ਰਿਵਰਸ ਮੌਰਗੇਜ ਲੈ ਲੈਂਦੇ ਨੇ। ਇੱਕੋ ਘਰ ਆ, ਉਹਦੀ ਕੀਮਤ ਇੰਨੀ ਸੀ, ਹੁਣ ਕੀਮਤ ਵੱਧ ਗਈ ਉਸ ਤਰੀਕੇ ਦੇ ਨਾਲ। ਤੇ ਜਿਹੜੀਆਂ ਰੀਕ੍ਰੀਏਸ਼ਨਲ ਐਕਟੀਵਿਟੀਜ਼ ਨੇ, ਰੈਕ ਐਕਟੀਵਿਟੀਜ਼, ਬੱਚੇ ਨੇ ਆਪ ਨੇ ਆਪਣੀ, ਕਿਉਂਕਿ ਉਹਨਾਂ ਨੂੰ ਪਤਾ ਹੈ ਜੀਵਨ ਜੀਣਾ ਆ। ਇਹ ਜਿਹੜਾ ਲੇਜ਼ਰ ਟਾਈਮ ਆ, ਸਭ ਚੀਜ਼ਾਂ ਦੇ ਉੱਤੇ ਧਿਆਨ ਦੇਣਾ। ਸਾਡੀ ਗੁਰਦੁਆਰਾ ਸੰਸਥਾ ਇਹਦੇ ਕਰਕੇ ਸਾਡਾ ਕੁਝ ਬਚਾ ਆ। ਇੱਥੇ ਇੱਕ ਡਿਫਰੈਂਟ ਕਿਸਮ ਨਾਲ ਸਪਿਰਿਚੁਅਲ ਰੀਕ੍ਰੀਏਸ਼ਨ ਸਾਨੂੰ ਮਿਲਦੀ ਹੈਗੀ ਹੈ। ਅਦਰਵਾਈਜ਼ ਤੁਸੀਂ ਸੋਸ਼ਲ ਸਟਰਕਚਰ 'ਚ ਦੇਖੋ ਹਾਲਾਤ ਕੀ ਨੇ। ਬੰਦਾ ਇੱਕ ਰੇਸ ਦੀ ਤਰ੍ਹਾਂ ਚੱਲੀ ਜਾ ਰਿਹਾ ਇਸ ਤਰੀਕੇ ਦੇ ਨਾਲ। ਭਈ ਜੀਵਨ ਨੂੰ ਜੀ, ਅਹਿਸਾਸ, ਮਾਣ, ਇਹ ਸਭ ਚੀਜ਼ਾਂ ਦੇ ਨਾਲ ਜਾ। ਗੁਰੂ ਬਾਬਾ ਜੀ ਜੀਵਨ ਜਿਉਣਾ ਸਿਖਾਉਂਦੇ, ਪਰਿਵਾਰਾਂ 'ਚ ਰਹਿੰਦੇ। ਗੁਰੂ ਮਹਾਰਾਜ ਸਾਰਾ ਬਿਲਕੁਲ ਗ੍ਰਸਤ ਜੀਵਨ ਦੇ ਹਰ ਰੰਗ ਨੂੰ ਮਾਣਦੇ। ਘੋੜ ਸਵਾਰੀਆਂ ਹੋ ਰਹੀਆਂ ਨੇ, ਸ਼ਿਕਾਰ ਖੇਡੇ ਜਾ ਰਹੇ ਨੇ, ਹਰ ਤਰ੍ਹਾਂ ਦੇ ਨਾਲ। ਉਹ ਤੇ ਹਿਸਟੋਰੀ 'ਚ ਇਤਨੇ ਜ਼ਿਆਦਾ ਨਹੀਂ ਆਏ। ਸੁਥਰੇ ਸ਼ਾਰਗੇ ਕਰੈਕਟਰ ਨੇ ਗੁਰੂ ਸਾਹਿਬ ਦੇ ਘਰ ਦੇ 'ਚ। 52 ਕਵੀ ਨੇ, ਮਤਲਬ ਇੱਕ ਤੋਂ ਇੱਕ ਜਿਹੜੇ ਨਗਮਾਤ ਦੀਆਂ ਗੱਲਾਂ ਹੋ ਰਹੀਆਂ, ਸਭ ਚੀਜ਼ਾਂ ਹੋ ਰਹੀਆਂ। ਸੋ ਇਹ ਸਭ ਚੀਜ਼ਾਂ, ਇਹਦੇ ਵਿੱਚੋਂ ਸੈਲਵੇਸ਼ਨ ਇਹ ਨਹੀਂ ਕਿ ਕੋਈ ਇੱਕ ਦਿਨ ਉੱਡ ਕੇ ਆ ਜਾਣੀ ਹੈ, ਇਹ ਤੇ ਭਾਈ ਜੀਵਨ ਜੀ ਕੇ ਮਿਲਣੀ ਹੈ। ਗੁਰੂ ਬਾਬਾ ਜੀ ਕਹਿੰਦੇ ਜਿਹਨੇ ਕੀਤਾ ਕਿ ਮੁਕਤ ਪੰਥ ਜਾਣਿਓ ਤੈਨਾਹਨ, ਧਨ ਜੋਰਨ ਕੋ ਤਾਇਆ। ਤੇ ਹੋਇਆ ਕਿ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਬੰਧਾਇਆ। ਅੰਬਾਰ ਲਾ ਲਾ ਕੇ ਢੇਰ ਲਾਉਂਦਾ ਲਾਉਂਦਾ ਬੰਦਾ, ਇੱਕ ਦਿਨ ਪਤਾ ਲੱਗਾ ਹੋ ਇਹ ਤੇ ਢੇਰੀ ਨਾਲ ਨਹੀਂ ਜਾਣੀ, ਇਹ ਤੇ ਬੇਕਾਰ ਹੋ ਗਿਆ ਸਭ ਕੁਛ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਾ ਉਪਜਿਓ ਕਛ ਗਿਆਨਾ। ਉਹਨੇ ਸੰਗਤ ਦੀ ਗੱਲ ਹੋ ਰਹੀ ਹੈ। ਸ਼ੈਡੋਇੰਗ ਕਰਨੀ, ਚੰਗਿਆਂ ਦੇ ਕੋਲ ਬਵਾਂਗੇ ਚੰਗਾ ਸੰਗ ਮਿਲੇਗਾ। ਸਪੰਜ ਦੀ ਤਰ੍ਹਾਂ ਜਿਹੜੀ ਬਾਤ ਕੀਤੀ, ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਾ ਗੁਰੂ ਤੇ ਨਾ ਗੁਰੂ ਦੇ ਜਨ। ਜਿਨ੍ਹਾਂ ਨੂੰ ਕੋਈ ਬਾਤ ਸੀ, ਜਿਨ੍ਹਾਂ ਦੀ ਉਸ ਕਿਸਮ ਦੀ ਜਿਹੜੀ ਹੈ, ਮੈਂ ਸਰਦਾਰ ਜਸਵੰਤ ਸਿੰਘ ਨੇਕੀ ਉਹਨਾਂ ਨੂੰ ਖੂਬ ਨੇੜੇ ਹੋ ਕੇ ਦੇਖਿਆ ਵੀ, ਪੜ੍ਹਿਆ। ਤਾਂ ਉਹਨਾਂ ਨੂੰ ਇੱਕ ਵਾਰੀ ਕਿਸੇ ਨੇ ਪੁੱਛਿਆ ਸੀਗਾ, ਕੈਲੀਫੋਰਨੀਆ ਸੀਗਾ ਸੀ ਕੋਈ ਇੱਕ ਕਵੀ ਦਰਬਾਰ ਉੱਥੇ ਇਕੱਠੇ ਹੋਏ, ਤਾਂ ਪੁੱਛਿਆ ਵੀ ਸਰਦਾਰ ਸਾਹਿਬ ਗੱਲ ਇਹ ਹੈ, ਤੁਸੀਂ ਮੇਰੇ ਆਈਡੀਅਲ ਹੋ, ਤੁਹਾਡੇ ਵੱਲ ਵੇਖ ਕੇ ਬੜੀ ਖੁਸ਼ੀ ਹੁੰਦੀ। ਚਲੋ ਤੁਹਾਡੇ ਵਰਗਾ ਮੈਂ ਨਹੀਂ ਬਣ ਸਕਿਆ, ਮੇਰੇ ਅਗਾਂ 2 ਪੋਤੇ ਨੇ, ਉਹਨੇ ਅੱਗੇ ਕੀਤੇ, ਇਹਨਾਂ ਦੇ ਸਿਰ 'ਤੇ ਹੱਥ ਰੱਖੋ, ਇਹ ਬਣ ਜਾਣਾ ਮੇਰੇ। ਬਸ ਇਹ ਦਿਲੀ ਇੱਛਾ ਆ। ਤੇ ਉਹ ਹੱਸ ਕੇ ਕਹਿੰਦੇ ਗੱਲ ਇਹ ਹੈ, ਦਿਲੋਂ ਅਰਦਾਸ ਹੈ ਬਣ ਜਾਣ, ਪਰ ਗੱਲ ਇਹ ਝੂਠੀ ਅਰਦਾਸ ਨਹੀਂ ਕਰਨੀ ਚਾਹੀਦੀ। ਮੈਂ ਤਾਂ ਅਰਦਾਸ 'ਤੇ ਬੜਾ ਫੋਕਸ ਕੀਤਾ, ਕਿਤਾਬਾਂ ਵੀ ਉਹਨਾਂ ਦੇ 'ਤੇ ਲਿਖੀਆਂ। ਉਹ ਕਹਿੰਦੇ ਗੱਲ ਇਹ ਹੈ,
इन्हां नूं बनन वास्ते भाई वीर सिंह वर्गियां दी संगत चाहिदी है। मैं उहदी संगत विचों आया। कहंदे बच्चे हुंदे ने यंग, माड़ा जिहा समां मिले टीवी वेख लीए, सिनेमा वेख लईए, चलो उत्थे चलीए। इक्को ही ख्वाहिश हुंदी सी भाई साहब कोल जाके बैठीए। ये शैडोइंग है, संगत दा असर है जी। जिथे चीज़ मिस हो गई, बंदा एक दूजे नूं वेख के रिफ्लैक्शन विचों उभरदा है। महाराज कहते ना हर भजो ना गुरजन सेवियो न उपजो कछ ज्ञाना। जीवन के ज्ञान की गल हो रही है इत्थे। घट ही माहे निरंजन तेरा तैं खोजत उद्याना। भारती किते लोग जंगलों में तुर गए, रब लब लिए जाके। गुरु तेग बहादुर साहब ने लिखा ना, काहे रे बन खोजन जाही सर्ब निवासी सदा अलेपा। क्या की जंगले तुरे फिरदे हो, जांगली हो जाओगे। इवें इस तरह इवें रब लभेगा जिन्हों खुद विचों नहीं दसिया, माँ बाप विचों नहीं दसिया, भैन भरावां विचों नहीं दसिया, सोशल स्ट्रक्चर च रहिंदियां होया जीवन जीने का एहसास नहीं। जंगल च रह के जंगल ते पशु तुरे फिरदे। उत्थे साहब ने बयान किया, तैं खोजत उद्याना। हाँ, बहुत जन्म पर मत तैं हारियो, अस्थिर मत नहीं पाई। मत तो ही गल शुरू सी, मत ते मुक गई। जीवन के सफर करद्या करद्या पता नहीं किन्ने लैवल चले गए। अज तो हुण साइंटिफिकली स्टडी आ गई। देयर आर मैनी लाइव्स एंड मैनी मास्टर्स। बुक लिखी वर्ल्ड एंड नॉन साइकाट्रिस्ट ने अमेरिका दे विच। वो कहंदा है ये पिछों तुरी आउंदी सारी खेड, ये अज दी खेड नहीं है। पता नहीं किन्नियां जिंदगियां उस रूप में चलियां। सब कहंदे बहुत जन्म पर मत तैं हारियो, अस्थिर मत। अजे भी टका नहीं आया तेन, अजे भी तेनों स्थिरता वाली मत धारण करन दी जिहड़ी लताफत उस रूप में जिहड़ी है उहदा उहनूं अंदर अडॉप्ट करन दी बात नहीं आ सकी। मानस देह पाए पद हर पज, जे मनुखा देही प्राप्त पीतिया। आप पदवी हासिल कर, इहदे उत्ते फोकस कर। नानक बात बताई। बात बताई जिन्हों असीं पंजाबी च कहने ना भी आ काम की गल दसन लगा, तेन ध्यान नाल सुने। गुरु बाबा जी कहते मैनू इस नानक नूं मेरे गुरु ने बात समझा दी, गल दस दी, यही मैं तुहाडे नाल शेयर कर रहा। What a marvelous, what a greatest, what a glorious message Guru Baba Ji has given us. This is just shower of blessings, and along with these blessings Guru Baba Ji giving some kind of teachings. If we fulfill, if we actually adopt them, then definitely ਅਸੀਂ ਮੁਕਤੀ ਹਾਸਲ ਕਰ ਸਕਦੇ ਹਾਂ। Salvation is the, we can easily get our actually gateway of salvation. ਬਾਬਾ ਜੀ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਤਾਰਿਓ ਜੀ। ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।